ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਉ, ਸੰਗਤ ਪਾਰ ਉਤਾਰਨ ਕਉ। ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆਇਓ। ਛਾਏ ਜਾਤੀ ਏਕਤਾ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਹੋਵਤੀ ਕੋ ਚੀਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ। ਬਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ ਕਥਾ वेदन पुराण की। श्री गुरु गोबिंद सिंह पावन परम सोर। श्री गुरु गोबिंद सिंह पावन परम सोर। मूरत न होती जाओ पै करना निधान की। जिसमें है अमृत ज्ञान है मानक भगत वैराग। श्री गुरु ग्रंथ साहिब योदाद बंदों कार अनुराग। श्री गुर शब्द कमाए जन जीते पंच विकार। तिन संतन को बंदना सिर चरणन पार तार। एक ओंकारा सतगुरु तेह प्रसाद सच होए। वाहिगुरु जी की फतेह है बिघन विनाशन सोए। वाहिगुरु जी की फतेह है बिघन विनाशन सोए। सतनाम श्री वाहिगुरु जी। चढ़ खासे पर सतगुर चले माता जी कर बंधन मिले। रहो सदन दे धीरज तुरे सनै सनै मग चल बो करे। चढ़ खासे पर सतगुर चले। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चवर तखत छतर दे मालक
ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਨੂੰ ਨਮਸਕਾਰ ਕਰਦਿਆਂ ਸਤਿਗੁਰੂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਜੋ ਸਾਹਿਬਾਂ ਜੀ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਗੁਰੂ ਬਖਸ਼ੇ ਉਦਮ ਉਪਰਾਲੇ ਦੁਆਰਾ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੇ ਮਹਾਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਜੀਵਨ ਬਿਰਤਾਂਤ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਪੰਚਮ ਪਾਤਸ਼ਾਹ ਗੁਰਦੇਵ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਸਾਹਿਬਾਂ ਦੇ ਪਾਸ ਦੇਸ਼ਾਂ ਵਿਦੇਸ਼ਾਂ ਦੇ ਦੂਰ ਦਰਾਂਡੇ ਦੇ ਨੇੜੇ ਤੇੜੇ ਦੇ ਗੁਰਸਿੱਖ ਪਿਆਰੇ ਜਗਿਆਸੂ ਸ਼ਰਧਾ ਭਾਵਨਾ ਵਾਲੇ ਪ੍ਰੇਮੀ ਜਨ ਚੱਲ ਕਰਕੇ ਆ ਰਹੇ ਹਨ ਜੋ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੋਏ ਸਾਹਿਬਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਨ। ਕੁਛ ਆਪਣੇ ਸ਼ੰਕਿਆਂ ਦਾ ਸੰਦੇਹਾਂ ਭਰਮਾਂ ਦਾ ਸਮਾਧਾਨ ਕਰਵਾਉਂਦੇ ਨੇ, ਕੁਛ ਬੇਨਤੀ ਕਰਦੇ ਨੇ ਮਹਾਰਾਜ ਆ ਇੱਛਾ ਹੈ ਕਿਰਪਾ ਕਰੋ ਪੂਰੀ ਹੋ ਜਾਏ, ਕੁਛ ਉਪਦੇਸ਼ ਦੀ ਜਾਚਨਾ ਕਰਦੇ ਨੇ। ਇੱਕ ਗੁਰਸਿੱਖ ਭਾਈ ਸਾਈਂ ਦਾਸ ਜੀ ਚੱਲ ਕੇ ਆਇਆ, ਸਾਹਿਬਾਂ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਕੋਲ ਬੈਠਾ ਬੇਨਤੀ ਕੀਤੀ ਮਹਾਰਾਜ ਤੁਹਾਡੀ ਆਗਿਆ ਹੁਕਮ ਅਨੁਸਾਰ ਬਹੁਤ ਸਿੱਖ ਸੰਗਤਾਂ ਦੀ ਸੇਵਾ ਕਰਦਾ ਹਾਂ, ਤੁਹਾਡਾ ਉਪਦੇਸ਼ ਕਮਾਉਂਦਾ ਹਾਂ, ਚਰਨਾਂ ਦੀ ਹਮੇਸ਼ਾ ਸੇਵਾ ਕਰਦਾ ਹਾਂ, ਪਰ ਤਦੋਂ ਵੀ ਮੇਰੇ ਵਿੱਚ ਇੱਕ ਘਾਟ ਹੈ। ਉਹ ਘਾਟ ਇਹ ਹੈ ਕਿ ਜਦੋਂ ਮੈਂ ਗੁਰੂ ਕੀ ਬਾਣੀ ਦਾ ਸ਼ਬਦ ਸੁਣਦਾ ਹਾਂ ਮੇਰਾ ਮਨ ਜਿਹੜਾ ਬਹੁਤਾ ਸਮਾਂ ਠਹਿਰਦਾ ਟਿਕਦਾ ਨਹੀਂ ਹੈ। ਕਿਰਪਾ ਕਰੋ ਮੇਰਾ ਮਨ ਜਿਹੜਾ ਹੈ ਟਿਕ ਜਾਏ। ਆਪ ਜੀ ਦਾ ਹੁਕਮ ਹੈ ਕਿ ਮਨ ਇਕਾਗਰ ਕਰਕੇ ਬਾਣੀ ਪੜ੍ਹਿਆ ਸੁਣਿਆ ਕਰੋ। ਸੁਭਾਏ ਮਾਨ ਮੁਖ ਤੋਂ ਸਾਹਿਬਾਂ ਨੇ ਪਾਵਨ ਯਤਨ ਬਖਸ਼ਿਸ਼ ਕੀਤਾ, ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਕਿ ਸਿੱਖਾ ਪਹਿਲਾਂ ਤੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਮਨ ਵੀ ਟਿਕਦਾ ਹੈ, ਮਨ ਬਾਹਰ ਮੁਖੀ ਹੁੰਦਾ ਹੈ ਜਾਂ ਅੰਤਰਮੁਖ ਹੁੰਦਾ ਹੈ। ਹੁਣ ਤੈਨੂੰ ਅਭਿਆਸ ਕਰਦਿਆਂ ਸਿਮਰਨ ਕਰਦਿਆਂ ਇਸ ਗੱਲ ਦੀ ਸੋਝੀ ਆਈ ਹੈ ਕਿ ਮਨ ਦਾ ਸੁਭਾਅ ਕਿਹੋ ਜਿਹਾ ਹੈ। ਪਹਿਲਾਂ ਇਸ ਗੱਲ ਦਾ ਤੈਨੂੰ ਨਹੀਂ ਸੀ ਪਤਾ। ਇਸ ਵਿਦ ਕੋ ਪੂਰਬ ਨੈ ਚੀਨੋ, ਇਸ ਤਰ੍ਹਾਂ ਤੋਂ ਪਹਿਲਾਂ ਨਹੀਂ ਸੀ ਜਾਣਿਆ। ਜਬ ਮਨ ਜਾਏ ਕਿਤੇ ਲਖ ਪਾਵੋ ਤਬ ਇਸ ਮਿਥਿਆ ਵਸਤ ਦਿਖਾਵੋ। ਜਦੋਂ ਤੁਸੀਂ ਮਨ ਦਾ ਧਿਆਨ ਕਰਕੇ ਵੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਮਨ ਤੁਹਾਡਾ ਬਾਹਰ ਮੁਖੀ ਹੈ, ਮਨ ਕਿਸੇ ਸੰਕਲਪ ਕਿਸੇ ਵਿਕਲਪ ਦੇ ਵਹਿਣ ਵਿੱਚ ਰੁੜ ਰਿਹਾ ਹੈ। ਤਾਂ ਉਸ ਸਮੇਂ ਇਹ ਤੁਰੰਤ ਯਤਨ ਕਰੋ ਕਿ ਮਨ ਨੂੰ ਅੰਤਰਮੁਖ ਕਰਕੇ ਮਿਥਿਆ ਵਸਤੂ ਦਾ ਰੂਪ ਵਿਖਾਓ। ਮਿਥਿਆ ਵਸਤੂ ਦੇ ਵਿੱਚ ਤੁਹਾਡਾ ਆਪਣਾ ਸਰੀਰ ਵੀ ਹੈ, ਪਰਿਵਾਰ ਵੀ ਹੈ, ਪਦਾਰਥ ਵੀ ਹਨ। ਜਿਹੜੇ ਅੱਜ ਹਨ ਕਿਸੇ ਸਮੇਂ ਨਹੀਂ ਸੀ, ਕਿਸੇ ਸਮੇਂ ਨਹੀਂ ਹੋਣਗੇ। ਸੰਸਾਰ ਦੀ ਹਰ ਵਸਤੂ ਜਿਹੜੀ ਸਤ ਪ੍ਰਤੀਤ ਹੁੰਦੀ ਹੈ ਉਸ ਵਾਸਤੇ ਗੁਰੂ ਕੀ ਬਾਣੀ ਨੇ ਮਿਥਿਆ ਸ਼ਬਦ ਵਰਤਿਆ ਹੈ। ਮਿਥਿਆ ਨਾ ਹੀ ਉਹ ਚੀਜ਼ ਮਿਥਿਆ ਨਹੀਂ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਵੇ। ਇਸੇ ਤਰ੍ਹਾਂ ਹੀ ਸੰਸਾਰ ਦੀ ਉਹ ਹਰ ਵਸਤੂ ਮਿਥਿਆ ਹੈ
ਜਿਸ ਵਿੱਚ ਮਨੁੱਖ ਸੱਚ ਕਲਪਿਤ ਕਰਕੇ ਜਿਸ ਨੂੰ ਸੱਚ ਸਮਝਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਣੀ ਦੇ ਅੰਦਰ ਦੱਸਦੇ ਨੇ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਸਭ ਕੁਛ ਹੀ ਮਿਥਿਆ ਹੈ, ਨਾਮ ਹੀ ਸਤ ਹੈ, ਨਾਮ ਹੀ ਸਦੀਵੀ ਹੈ, ਨਾਮ ਹੀ ਹੋਂਦ ਵਾਲਾ ਹੈ, ਨਾਮ ਹੀ ਆਤਮਾ ਨੂੰ ਅਮਰ ਕਰਨ ਵਾਲਾ ਹੈ, ਪਰਮਾਤਮਾ ਵਿੱਚ ਜੋੜਨ ਵਾਲਾ ਹੈ। ਹਾਂ, ਜਦੋਂ ਮਨ ਬਾਹਰ ਮੁਖੀ ਹੋਵੇ, ਬਹੁਰ ਮੋਰ ਕਰ ਸ਼ਬਦ ਮਿਲਾਵਹੁ, ਜੇ ਚੱਲ ਜਾਵੇ ਫੇਰ ਹਟਾਓ। ਜਦੋਂ ਮਨ ਬਾਹਰ ਜਾਵੇ, ਗੁਰੂ ਦੇ ਸ਼ਬਦ ਨੂੰ ਉਚਾਰਨ ਕਰਕੇ, ਸ਼ਬਦ ਨੂੰ ਮਨ 'ਚ ਵਸਾ ਕੇ, ਮਨ ਨੂੰ ਸ਼ਬਦ ਨਾਲ ਜੋੜ ਕੇ ਫੇਰ ਬਾਹਰ ਜਾਂਦੇ ਮਨ ਨੂੰ ਅੰਤਰਮੁਖ ਲਿਆਓ। ਇੱਕ ਉਦਾਹਰਨ ਦਿੱਤੀ ਕਿ ਜਿਵੇਂ ਅੜੀਅਲ ਘੋੜਾ ਹੁੰਦਾ ਹੈ, ਪਰ ਸਿਆਣਾ ਅਸਵਾਰ ਜਦੋਂ ਉਹਦੇ 'ਤੇ ਸਵਾਰੀ ਕਰਦਾ ਹੈ, ਉੱਪਰ ਬੈਠਦਾ ਤੇ ਘੋੜਾ ਘੇਰੇ ਪਾਸੇ ਘੁੰਮੀ ਜਾਂਦਾ ਹੈ, ਗੋਲ ਘਤੇਰੇ ਵਿੱਚ, ਅੱਗੇ ਪੈਰ ਨਹੀਂ ਪੁੱਟਦਾ। ਤੇ ਸਿਆਣਾ ਅਸਵਾਰ ਉਸ ਨੂੰ ਅੱਡੀ ਮਾਰ ਕੇ ਜਾਂ ਚਾਬਕ ਲਾ ਕਰਕੇ ਅੱਗੇ ਤੋਰਨ ਦਾ ਯਤਨ ਕਰਦਾ ਹੈ। ਅਖੀਰ ਉਸ ਨੂੰ ਪੁਚਕਾਰ ਕੇ, ਪਿਆਰ ਕਰਕੇ ਜਾਂ ਚਾਬਕ ਨਾਲ ਘੋੜੇ ਨੂੰ ਪੋਈਏ ਚਾਲ ਪਾ ਦਿੰਦਾ ਹੈ। ਫਿਰ ਘੋੜਾ ਜਿਹੜਾ ਹੈ ਉਹ ਅਸਵਾਰ ਨੂੰ ਡੇਗਦਾ ਨਹੀਂ, ਸਗੋਂ ਸੋਹਣੀ ਚਾਲ ਚੱਲਦਾ ਹੋਇਆ ਆਪਣੀ ਮੰਜ਼ਿਲ ਤੈਅ ਕਰਦਾ ਹੈ। ਇਸੇ ਤਰ੍ਹਾਂ ਹੀ ਜੇਕਰ ਮਨ ਐਸਾ ਕਰੇ, ਹਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੋ, ਪ੍ਰੇਮ ਦੇ ਚਾਬਕ ਮਾਰਨੇ ਨੇ ਜੇਕਰ ਮਨ ਅੜੀ ਕਰੇ। ਸੋ ਇਸ ਤਰ੍ਹਾਂ ਬਾਣੀ ਦੁਆਰਾ ਸਾਹਿਬਾਂ ਸਮਝਾਇਆ ਤੇ ਨਾਲ ਹੀ ਬਖਸ਼ਿਸ਼ ਕੀਤੀ ਕਿ ਜਦੋਂ ਇਹ ਮਨ ਅੜੀ ਕਰਦਾ ਹੈ ਤਾਂ ਇਸ ਮਨ ਨੂੰ ਵਾਰ-ਵਾਰ ਪੁਨः ਸ਼ਬਦ ਵਿੱਚ ਜੋੜਨਾ ਕਰੋ। ਜਦੋਂ ਸ਼ਬਦ ਦਾ ਰਸ ਇਸ ਮਨ ਨੂੰ ਆਉਣ ਲੱਗ ਪਿਆ, ਉਦੋਂ ਇਸ ਮਨ ਨੂੰ ਰਸ ਲੈਣ ਦੇਵੋ। ਇਕਾਗਰਤਾ ਬਣੇ ਤਾਂ ਇਕਾਗਰਤਾ ਭੰਗ ਨਾ ਹੋਣ ਦਿਆ ਕਰੋ, ਸਗੋਂ ਇਕਾਗਰਤਾ ਦੇ ਵਿੱਚ ਟਿਕ ਕਰਕੇ ਰਸ ਮਾਣਿਆ ਕਰੋ, ਰਸ ਲਿਆ ਕਰੋ। ਇਸ ਤਰ੍ਹਾਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਕਿ ਸਹਿਜੇ ਸਹਿਜੇ ਇਹ ਜਿਹੜਾ ਮਨ ਹੈ ਫਿਰ ਜ਼ਿਆਦੇ ਸਮੇਂ ਵਾਸਤੇ ਅੰਤਰਮੁਖ ਹੋਣ ਲੱਗ ਪਵੇਗਾ, ਨਾਮ ਦਾ ਰਸ ਪੁੰਚੇਗਾ, ਨਾਮ ਦਾ ਰਸ ਮਾਣੇਗਾ। ਜਿਵੇਂ ਜਿਵੇਂ ਇਕਾਗਰਤਾ ਵਧਦੀ ਗਈ, ਅੰਦਰ ਸ਼ਾਂਤੀ, ਟਿਕਾ, ਅਡੋਲਤਾ ਤੇ ਸਹਿਜ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦਾ ਉਪਦੇਸ਼ ਗੁਰਸਿੱਖ ਭਾਈ ਸਾਈਂ ਦਾਸ ਨੇ ਕਮਾਇਆ, ਨਿਹਾਲ ਹੋਇਆ। ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਇਸ ਤਰ੍ਹਾਂ ਸਾਹਿਬਾਂ ਨੇ ਲੰਮਾ ਸਮਾਂ ਬਤੀਤ ਕਰਦਿਆਂ ਬੇਅੰਤ ਟੁੱਟੀਆਂ ਹੋਈਆਂ ਸੁਰਤਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਿਆ। ਬੇਅੰਤ ਗੁਰਸਿੱਖ ਜਿਉੜੇ ਗੁਰਮੁਖ ਪਿਆਰੇ ਸਤਿਗੁਰੂ ਦੇ ਚਰਨਾਂ ਤੋਂ ਵਰਸਾਏ ਗਏ, ਨਾਮ ਅਭਿਆਸ ਕਰਦੇ ਉੱਚੀਆਂ ਬੁਲੰਦੀਆਂ ਨੂੰ ਛੂਹਣ ਲੱਗੇ, ਆਤਮਿਕ ਮੰਡਲਾਂ ਦੇ ਵਾਸੀ ਬਣੇ। ਹੁਣ ਸਤਿਗੁਰੂ ਪਾਤਸ਼ਾਹ ਨੇ ਤਿਆਰੀ ਕੀਤੀ, ਇੱਕ ਦਿਨ ਸ਼੍ਰੀ ਗੋਂਦਵਾਲ ਸਾਹਿਬ ਨਗਰ ਨੂੰ ਜਾਣ ਵਾਸਤੇ। ਨਾਨਕਾ ਨਗਰ ਹੈ ਸਾਹਿਬਾਂ ਦਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਵਰਸਾਇਆ ਨਗਰ। ਚਲਦੇ ਚਲਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਵੇਂ ਰਸਤੇ ਵਿੱਚ ਰੁਕੇ ਤੇ ਉੱਥੇ ਬਹੁਤ ਵੱਡੀ ਸੇਵਾ ਸਤਿਗੁਰੂ ਪਾਤਸ਼ਾਹ ਨੇ ਪ੍ਰਾਰੰਭ ਕਰਵਾਈ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਤੇ ਪਾਵਨ ਸਰੋਵਰ, ਜੋ ਸਿੱਖ ਇਤਿਹਾਸ ਦੇ ਅੰਦਰ ਸਭ ਤੋਂ ਵੱਡਾ ਸਰੋਵਰ ਹੈ, ਜਿਸ ਦੀ ਲੰਬਾਈ 999 ਫੁੱਟ ਤੇ ਚੌੜਾਈ 990 ਫੁੱਟ ਹੈ। ਉਹ ਵੱਡਾ ਸਰੋਵਰ ਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਵੇਂ ਸਿੱਖ ਸੰਗਤਾਂ ਦੇ ਕੋਲੋਂ ਸੇਵਾ ਪ੍ਰਾਰੰਭ ਕਰਵਾਈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਅਰਦਾਸ ਬੇਨਤੀ ਕਰਵਾ ਕੇ ਉਹ ਪ੍ਰਸੰਗ ਹੁਣ ਭਾਈ ਸਾਹਿਬ ਜੀ ਅੱਗੇ ਸੁਣਾਉਣ ਲੱਗੇ ਹਨ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਚੜ੍ਹ ਖਾਸੇ ਪਰ ਸਤਿਗੁਰ ਚੱਲੇ, ਮਾਤਾ ਜੀ ਕਰ ਬੰਧਨ ਮਿਲੇ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਖਾਸਾ ਕਹਿੰਦੇ ਨੇ ਪਾਲਕੀ ਨੂੰ। ਪਾਲਕੀ ਤੇ ਸਵਾਰ ਹੋ ਕਰਕੇ ਚੱਲੇ। ਜਦੋਂ ਤੁਰਨ ਲੱਗੇ ਸਾਡੇ ਮਾਤਾ ਸਤਿਕਾਰਯੋਗ ਮਾਤਾ ਗੰਗਾ ਜੀ ਆ ਕਰਕੇ ਮਿਲੇ ਨੇ, ਸਤਿਗੁਰੂ ਪਾਤਸ਼ਾਹ ਦੇ ਧਰਮ ਸੁਪਤਨੀ। ਭਾਈ ਸਾਹਿਬ ਜੀ ਨੇ ਮਾਤਾ ਜੀ ਸ਼ਬਦ ਵਰਤਿਆ ਹੈ। ਸਤਿਕਾਰ ਅਦਬ ਗੁਰੂ ਸਾਹਿਬ ਦੇ ਮਹਿਲਾਂ ਦਾ ਜਿੰਨਾ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ।
ਸੋ ਮਾਤਾ ਗੰਗਾ ਜੀ ਆ ਕੇ ਮਿਲੇ, ਉਹਨਾਂ ਬੜੇ ਅਦਬ ਸਤਿਕਾਰ ਨਾਲ ਸਾਹਿਬਾਂ ਨੂੰ ਬੰਦਨਾ ਕੀਤੀ, ਮੱਥਾ ਟੇਕਿਆ। ਰਹੋ ਸਦਨ ਦੇ ਧੀਰਜ ਤੁਰੇ, ਸਨੈ ਸਨੈ ਮਗ ਚੱਲਬੋ ਕਰੇ। ਸਾਡੇ ਮਾਂ ਗੰਗਾ ਜੀ ਦੇ ਤਾਂ ਹੀ ਸਾਹਿਬਾਂ ਬਚਨ ਕੀਤਾ ਕਿ ਗੰਗਾ ਜੀ ਤੁਸੀਂ ਰਹੋ ਸਦਨ, ਘਰ ਵਿੱਚ ਰਹੋ, ਘਰ ਵਿੱਚ ਠਹਿਰੋ। ਧੀਰਜ ਦੇ ਕੇ ਹੌਸਲਾ ਦੇ ਕੇ ਸਾਹਿਬ ਜੀ ਤੁਰ ਪਏ। ਸਹਿਜੇ ਸਹਿਜੇ ਮੱਗ ਹੁੰਦਾ ਰਾਹ ਰਸਤਾ ਚਲਬੋ ਕਰੇ, ਸਾਰਾ ਰਸਤਾ ਤੈਅ ਕਰਦੇ ਜਾ ਰਹੇ ਹਨ। ਕਿਤਕ ਕੋਸ ਗਮਨੇ ਥਿਤ ਹੋਏ, ਉਤਰੇ ਸੁੰਦਰ ਥਲ ਕੋ ਜੋਏ। ਕੋਸ਼ਕ ਕੋਹ ਦਾ ਪੈਂਡਾ ਸਾਹਿਬ ਜੀ ਚੱਲ ਕੇ ਚਲੇ ਗਏ। ਹੁਣ ਦਾ ਸਮਾਂ ਜਿਹੜਾ ਹੈ, ਜੋ ਹੁਣ ਦੀ ਲੰਬਾਈ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਦਾ ਫਾਸਲਾ 20 ਕਿਲੋਮੀਟਰ ਦਾ ਹੈ। ਉਸ ਸਮੇਂ ਕੋਹਾਂ ਦੇ ਵਿੱਚ ਜੋ ਵਾਟ ਸੀ ਮਿਣੀ ਜਾਂਦੀ ਸੀ, ਕੋਹਾਂ ਵਿੱਚ ਮੀਲਾਂ ਵਿੱਚ। ਕੁਸ਼ਕ ਕੋਹ ਦਾ ਪੈਂਡਾ ਸਾਹਿਬ ਜੀ ਤੈਅ ਕਰਕੇ ਚਲੇ ਗਏ। ਚਲਦੇ ਚਲਦੇ ਇੱਕ ਸੋਹਣੀ ਥਾਂ ਵੇਖ ਕੇ ਸਾਹਿਬ ਜੀ ਜੋਏ ਹੁੰਦਾ ਵੇਖਣਾ, ਉਤਰੇ ਸੁੰਦਰ ਥਲ ਕੋ ਜੋਏ। ਸੋਹਣੀ ਜੀ ਥਾਂ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਜਹਾਂ ਤਰਨ ਤਾਰਨ ਇਸ ਥਾਨ, ਤੀਰਥ ਦੇਖਿਓ ਲਾਏ ਧਿਆਨ। ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿ ਰਹੇ ਨੇ, ਜਿੱਥੇ ਤਰਨ ਤਾਰਨ ਸਾਹਿਬ ਮਹਾਨ ਅਸਥਾਨ ਬਣਿਆ ਨਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਥਾਨ, ਇੱਥੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਆ ਕੇ ਬਿਰਾਜੇ। ਸਾਹਿਬਾਂ ਨੇ ਦਿਵ ਦ੍ਰਿਸ਼ਟੀ ਮਾਰ ਕਰਕੇ, ਧਿਆਨ ਲਾ ਕਰਕੇ ਇਸ ਪਾਵਨ ਸਥਾਨ ਤੇ ਤੀਰਥ ਵੇਖਿਆ। ਇਹ ਧਰਤੀ ਜਿਹੜੀ ਸੀ ਗੁਰੂ ਸਾਹਿਬ ਦੇ ਚਰਨਾਂ ਤੋਂ ਵਰਸਾਈ ਹੋਈ ਤੱਕੀ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀਆਂ ਪੈੜਾਂ ਕਈ ਵਾਰ ਇਹਨਾਂ ਰਾਹਾਂ ਥਾਂ ਲੰਘੀਆਂ ਸਨ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਇਹਨਾਂ ਰਾਹਾਂ ਥਾਂ ਗੁਜ਼ਰੇ ਸਨ। ਜਿਸ ਕਰਕੇ ਸਾਹਿਬਾਂ ਨੇ ਧਿਆਨ ਧਰ ਕੇ ਡਿੱਠਾ, ਵੇਖਿਆ ਦਿਵ ਦ੍ਰਿਸ਼ਟੀ ਦੁਆਰਾ ਕਿ ਇਹ ਧਰਤੀ ਜਿਹੜੀ ਹੈ ਵੱਡੇ ਸਾਹਿਬਾਂ ਤੋਂ ਵਰਸਾਈ ਹੋਈ ਧਰਤੀ ਹੈ, ਮਹਾਨ ਅਸਥਾਨ ਹੈ। ਇਹ ਸਾਹਿਬਾਂ ਨੇ ਦਿਵ ਦ੍ਰਿਸ਼ਟੀ ਨੇਤਰਾਂ ਦੇ ਨਾਲ ਤੱਕਿਆ। ਨਰ ਨਾਰੀ ਇਸ਼ਨਾਨ ਤੇ ਪਾਵਨ, ਸ਼ਰਧਾ ਕਰੇ ਕਾਮਨਾ ਪਾਵਨ। ਧਿਆਨ ਲਾ ਕੇ ਸਾਹਿਬਾਂ ਵੇਖਿਆ ਹੈ ਕਿ ਇੱਥੇ ਮਹਾਨ ਤੀਰਥ ਸਥਾਨ ਪ੍ਰਗਟ ਹੋਵੇ। ਜਿਸ ਤੀਰਥ ਸਥਾਨ ਤੇ ਸਾਰੇ ਨਰ ਨਾਰੀਆਂ ਮਰਦ ਇਸਤਰੀਆਂ ਇਸ਼ਨਾਨ ਕਰਕੇ ਪਵਿੱਤਰ ਹੋਣ ਤੇ ਸ਼ਰਧਾ ਧਾਰਨ ਕਰਕੇ ਕਾਮਨਾ ਪਾਵਨ, ਸਾਰੀਆਂ ਕਾਮਨਾਵਾਂ ਮੁਰਾਦਾਂ ਹਾਸਲ ਕਰਨ। ਮਾਰਗ ਚੱਲੇ ਭਾਵ ਤੇ ਪਾਵਨ, ਸ਼ਰਧਾ ਕਰੇ ਕਾਮਨਾ ਪਾਵਨ। ਸਤਿਗੁਰੂ ਪਾਤਸ਼ਾਹ ਜੀ ਵਿਚਾਰ ਰਹੇ ਨੇ ਕਿ ਗੁਰੂ ਕੇ ਸਿੱਖ ਪ੍ਰੇਮੀ ਜਨ ਮਾਰਗ ਚੱਲੇ ਭਾਵ ਤੇ ਪਾਵਨ। ਸੋ ਪੈਰਾਂ ਨਾਲ ਰਸਤੇ ਤੇ ਚੱਲਦੇ ਹੋਏ ਪ੍ਰੇਮ ਕਰਕੇ ਰਸਤੇ ਵਿੱਚ ਗੁਰਮਤਿ ਗੁਰਸਿੱਖੀ ਦੇ ਰਸਤੇ ਵਿੱਚ ਤੁਰਨਾ ਕਰਨਗੇ। ਨਾਲ ਇਸ ਸਥਾਨ ਤੇ ਇਸ਼ਨਾਨ ਕੀਤਿਆਂ, ਬਾਣੀ ਪੜ੍ਹਦਿਆਂ ਮਿਟੇ ਰੋਗ ਗਣ ਆਨੰਦ ਪਾਵਨ। ਸਮੂਹ ਪ੍ਰਕਾਰ ਦੇ ਰੋਗਾਂ ਦੀ ਨਿਵਰਤੀ ਹੋਵੇ ਤੇ ਬਹੁਤ ਭਾਰੀ ਆਨੰਦ, ਆਤਮਿਕ ਖੇੜਾ, ਵਿਗਾਸ ਤੇ ਚੜ੍ਹਦੀ ਕਲਾ ਪ੍ਰਾਪਤ ਹੋਵੇ। ਇਕ ਤੋ ਭਲਾ ਸੂਰ ਤਹਿ ਗ੍ਰਾਮ, ਖਾਨ ਵਾਲ ਦੂਸਰ ਕੋ ਨਾਮ। ਦੋ ਨਗਰ ਸਨ ਨੇੜੇ ਨੇੜੇ ਉਸ ਸਮੇਂ, ਭਾਈ ਸਾਹਿਬ ਜੀ ਜ਼ਿਕਰ ਕਰ ਰਹੇ, ਅੱਜ ਵੀ ਉਹ ਨਗਰ ਹਨ। ਇੱਕ ਦਾ ਨਾਮ ਪਲਾਸੂਰ ਹੈ, ਜਿਹਨੂੰ ਪਲਾਸੌਰ ਕਹਿੰਦੇ ਨੇ ਅੱਜ। ਦੂਸਰਾ ਖਾਨਵਾਲ, ਜਿਹਨੂੰ ਖਾਨੂਵਾਲ ਆਖਿਆ ਜਾਂਦਾ ਹੈ। ਸੋ ਇਹ ਦੋ ਨਗਰ ਸਨ ਜਿਹੜੇ। ਇਨ ਤੇ ਆਦਿਕ ਗ੍ਰਾਮ ਜੇ ਔਰ, ਲਰਤ ਪਰ ਸਪਰ ਰਹਿ ਤਿਸ ਠੌਰ। ਇਹ ਦੋ ਪਿੰਡਾਂ ਤੋਂ ਇਲਾਵਾ ਹੋਰ ਵੀ ਆਸੇ-ਪਾਸੇ ਪਿੰਡ ਸਨ ਤੇ ਲੋਕ ਜਿਹੜੇ ਪਿੰਡਾਂ ਵਾਲੇ ਸਨ, ਵੱਟਾਂ ਦੇ ਝਗੜਿਆਂ ਤੋਂ ਆਪਸ 'ਚ ਲੜਦੇ ਰਹਿੰਦੇ ਸਨ। ਕੋਈ ਕਹਿੰਦਾ ਸੀ ਸਾਡੇ ਪਿੰਡ ਦੀ ਜੂਹ ਹੈ, ਕੋਈ ਕਹਿੰਦਾ ਸੀ ਨਹੀਂ ਸਾਡੇ ਪਿੰਡ ਦੀ ਹੈ। ਕਿਉਂਕਿ ਜੱਟਾਂ ਦੀ ਲੜਾਈ ਕਾਹਦੀ ਹੁੰਦੀ ਹੈ? ਵੱਟਾਂ ਦੀ ਲੜਾਈ ਹੁੰਦੀ ਹੈ। ਕਿਸੇ ਹਲ ਥਲਿਓਂ ਦੀ ਲੰਘਾ ਦਿੱਤਾ, ਦੂਜੇ ਕਿਹਾ ਕਿ ਤੂੰ ਮੇਰੀ ਵੱਟ ਵਾਹ ਦਿੱਤੀ ਹੈ। ਇਸ ਤਰ੍ਹਾਂ ਲੜਾਈਆਂ ਝਗੜੇ ਕੋਰਟ ਕਚਹਿਰੀਆਂ ਵਿੱਚ ਫਿਰ ਜੱਟ ਤਰੀਕਾਂ ਭੁਗਤਦੇ ਰਹਿੰਦੇ। ਸੋ ਇਹ ਜਿਹੜੇ ਨਗਰ ਸਨ, ਇਹਨਾਂ ਨੂੰ ਵੀ ਇਹੋ ਜਿਹੀ ਬਿਮਾਰੀ ਲੱਗੀ ਸੀ, ਹਉਮੈ ਹੰਕਾਰ ਦੀ ਤੇ ਲਾਲਚ ਦੀ, ਤਮੇ ਦੀ, ਵੱਟ ਵਾਹ ਦਿਓ ਕਿਸੇ ਨਾ ਕਿਸੇ ਦੀ। ਸੋ ਇਸ ਕਰਕੇ ਲੜਾਈ ਝਗੜੇ ਇਹਨਾਂ ਪਿੰਡਾਂ ਵਿੱਚ ਹੁੰਦੇ ਰਹਿੰਦੇ ਸਨ। ਉਹ ਨਰ ਮਰੈ ਪਰੈ ਸੰਗਰਾਮ,
ਕਰਤੇ ਦੁਐਖ ਜਾਹੇ ਜਮ ਤੇ ਧਾਮ। ਫਿਰ ਪਿੰਡਾਂ ਦੇ ਪਿੰਡ ਜਦੋਂ ਲੜਾਈ ਤੇ ਇੱਕ ਦੂਜੇ ਦੇ ਮਦਾਤੀ ਬਣ ਜਾਣ ਤੇ ਫਿਰ ਕਤਲ ਤਾਂ ਹੋਣੇ ਹੀ ਸਨ, ਲਾਸ਼ਾਂ ਤਾਂ ਡਿੱਗਦੀਆਂ ਹੀ ਹਨ। ਜਦੋਂ ਪਿੰਡਾਂ ਦੇ ਨਾਲ ਪਿੰਡ ਡਾਹੇ ਪੈਣ ਲੱਗ ਪੈਣ, ਆਪਸ ਵਿੱਚ ਲੜਾਈ ਝਗੜੇ ਕਰਨ, ਫਿਰ ਮੌਤਾਂ ਦਾ ਕੋਈ ਹਾਥਾ ਨਹੀਂ ਰਹਿੰਦਾ। ਭਾਈ ਸਾਹਿਬ ਕਹਿੰਦੇ ਬਹੁ ਨਰ ਮਰੇ ਪਰੇ ਸੰਗਰਾਮ ਹੁੰਦਾ, ਜੰਗ ਯੁੱਧ। ਜਦੋਂ ਲੜਾਈ ਝਗੜਾ ਹੋ ਜਾਂਦਾ ਸੀ ਬੜੇ ਲੋਕ ਮਰਦੇ ਸਨ। ਮੌਤ ਦਾ ਕਾਰਨ ਕੀ ਕਰਤੇ ਦਵੈਖ ਜਾਹੇ ਜਮ ਤਾਮ। ਇਹ ਆਪਸ ਪਰਸਪਰ ਈਰਖਾ ਸੀ, ਨਫ਼ਰਤ ਸੀ, ਵੈਰ ਵਿਰੋਧ ਸੀ। ਜਿੱਥੇ ਈਰਖਾ ਨਹੀਂ, ਨਫ਼ਰਤ, ਵੈਰ ਵਿਰੋਧ ਨਹੀਂ, ਉੱਥੇ ਝਗੜਾ ਹੀ ਨਹੀਂ ਹੁੰਦਾ। ਝਗੜੇ ਦਾ ਹੋਣ ਦਾ ਕਾਰਨ ਹੀ ਇਹੋ ਹੈ, ਆਪਸੀ ਈਰਖਾ, ਦਵੈਸ਼, ਕ੍ਰੋਧ, ਹਉਮੈ, ਅਪਨੱਤ, ਔਗਣ ਹੀ ਲੜਾਈਆਂ ਪੈਦਾ ਕਰਦੇ ਨੇ। ਤੇ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਕਲਹਿ ਬੁਰੀ ਸੰਸਾਰ ਵਾਦੇ ਖਪੀਏ। ਭਾਈ ਜਿਹੜੀ ਕਲਹਿ ਹੁੰਦੀ ਨਾ, ਲੜਾਈ ਝਗੜਾ ਬੜਾ ਬੁਰਾ ਹੁੰਦਾ। ਇਹਦੇ ਵਿੱਚ ਵਾਦੇ ਪੈ ਕਰਕੇ ਖਪੀਏ, ਖਪ ਜਾਈਦਾ, ਮਰ ਲੱਥੀਦਾ ਹੈ। ਕਦੇ ਕੋਈ ਸੁੱਖ ਦੀ ਨੀਂਦੇ ਨਹੀਂ ਸੌਂ ਸਕਿਆ ਲੜਾਈ ਝਗੜਾ ਸਿਹੜ ਕੇ। ਸੋ ਇਹ ਲੋਕ ਜਿਹੜੇ ਸਨ ਆਪਸ ਵਿੱਚ ਦਵੈਖ ਈਰਖਾ ਕਰਦੇ ਹੋ, ਜਮਾਂ ਦੇ ਘਰ ਪਹੁੰਚ ਜਾਂਦੇ ਸਨ। ਲੜਾਈ ਝਗੜਾ ਹੁੰਦਾ ਤੇ ਮੌਤਾਂ ਹੁੰਦੀਆਂ ਸਨ, ਮੌਤ ਦੇ ਰਾਹ ਤੁਰ ਪੈਂਦੇ ਸਨ। ਤਿਨ ਕੋ ਮਹਾਂ ਬੇਲੋ ਕੇ ਉਚੇਰਾ, ਸ਼੍ਰੀ ਗੁਰ ਅਰਜਨ ਕੀਨ ਸਡੇਰਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨਗਰਾਂ ਵਾਲਿਆਂ ਦਾ ਵੱਡਾ ਝਗੜਾ ਤੱਕਿਆ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸਥਾਨ ਤੇ ਆ ਕੇ ਆਪਣਾ ਡੇਰਾ, ਆਪਣਾ ਪੜਾਅ ਕਰ ਲਿਆ। ਅਗਲੇ ਦਿਨ ਗ੍ਰਾਮੀਨ ਹਕਾਰੇ, ਲਰਨ ਬਿਖੈ ਬਹੁ ਦੋਸ਼ ਉਚਾਰੇ। ਅਗਲੇ ਦਿਨ ਸਾਹਿਬਾਂ ਨੇ ਨਗਰ ਨਿਵਾਸੀਆਂ ਨੂੰ ਆਪਣੇ ਕੋਲ ਸੱਦਿਆ ਤੇ ਉਹਨਾਂ ਨੂੰ ਸਮਝਾਇਆ ਕਿ ਭਾਈ ਲੜਾਈ ਝਗੜਾ ਕਰਨ ਵਿੱਚ ਵੱਡੇ ਦੋਸ਼, ਐਬ ਹੁੰਦੇ ਨੇ, ਬੜੇ ਦੋਸ਼ ਪੈਦਾ ਹੁੰਦੇ। ਲੜਾਈਆਂ ਝਗੜਾਂ ਵਿੱਚ ਬੰਦੇ ਕਤਲ ਹੁੰਦੇ ਨੇ, ਫੱਟ ਵੱਜਦੇ, ਸੱਟਾਂ ਲੱਗਦੀਆਂ, ਪੈਸਾ ਬਰਬਾਦ ਹੁੰਦਾ। ਲੜਾਈ ਝਗੜੇ ਵਿੱਚ ਕੋਈ ਇੱਕ ਦੋਸ਼ ਔਗਣ ਨਹੀਂ ਹੈ, ਬੜੇ ਦੋਸ਼ ਨੇ। ਇਸ ਤਰ੍ਹਾਂ ਸਾਹਿਬਾਂ ਨੇ ਇਹਨਾਂ ਨਗਰਾਂ ਵਾਲਿਆਂ ਨੂੰ ਸਮਝਾਇਆ। ਇਕ ਤੋ ਤੁਮਰੀ ਮਿਟੈ ਲੜਾਈ, ਦੁਤੀਏ ਧਨ ਲੇਵੋ ਮਨ ਭਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਗਰਾਂ ਵਾਲਿਆਂ ਨੂੰ ਕਿ ਅਸੀਂ ਇੱਥੇ ਮਹਾਨ ਤੀਰਥ ਸਥਾਨ ਪ੍ਰਗਟ ਕਰਨਾ ਚਾਹੁੰਦੇ ਹਾਂ। ਕਿਉਂਕਿ ਤੀਰਥ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 6 ਸਾਲ ਪਹਿਲਾਂ ਪ੍ਰਗਟ ਕੀਤਾ ਸੀ ਤੇ ਤਰਨ ਤਾਰਨ ਸਾਹਿਬ ਜਿਹੜਾ ਨਗਰ ਵਸਾਇਆ 6 ਸਾਲ ਬਾਅਦ ਵਿੱਚ ਵਸਾਇਆ ਹੈ। ਸੰਮਤ ਬਿਕਰਮੀ ਸੰਮਤ 1647 ਈਸਵੀ ਸਨ 1590 ਦੇ ਵਿੱਚ ਸ਼੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਜਿਹੜੀ ਖੁਦਾਈ ਸੀ ਸਾਹਿਬਾਂ ਪ੍ਰਾਰੰਭ ਕਰਵਾਈ। ਇਸ ਤੋਂ 6 ਸਾਲ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਿਕਰਮੀ ਸੰਮਤ 1653 ਦੇ ਵਿੱਚ ਤਰਨ ਤਾਰਨ ਸਾਹਿਬ ਨਗਰ ਵਸਾਇਆ। ਨਗਰ 6 ਸਾਲ ਬਾਅਦ ਵਿੱਚ ਆਬਾਦ ਹੋਇਆ, ਪਰ ਮਹਾਨ ਤੀਰਥ ਸਰੋਵਰ ਜਿਹੜਾ ਸੀ ਉਹ ਸਾਹਿਬਾਂ ਪਹਿਲਾਂ ਪ੍ਰਗਟ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਇੱਥੇ ਤੀਰਥ ਸਥਾਨ ਪ੍ਰਗਟ ਕਰਨਾ ਚਾਹੁੰਦੇ ਹਾਂ। ਤੁਸੀਂ ਇਸ ਤਰ੍ਹਾਂ ਕਰੋ, ਇੱਕ ਤਾਂ ਤੁਹਾਡਾ ਲੜਾਈ ਝਗੜਾ ਮਿਟ ਜਾਵੇਗਾ ਤੇ ਦੂਸਰਾ ਨਾ ਤੁਹਾਨੂੰ ਮਨ ਭਾਉਂਦਾ ਧਨ ਪੈਸਾ ਮਿਲ ਜਾਵੇਗਾ। ਇਹ ਜ਼ਮੀਨ ਤੁਹਾਡੇ ਕੋਲੋਂ ਅਸੀਂ ਫ੍ਰੀ ਵਿੱਚ ਨਹੀਂ ਲੈਣੀ, ਮੁਫਤ ਨਹੀਂ ਲੈਣੀ, ਸਗੋਂ ਤੁਹਾਨੂੰ ਪੈਸੇ ਦੇ ਕਰਕੇ ਅਸੀਂ ਇਹ ਜ਼ਮੀਨ ਮੁੱਲ ਖਰੀਦ ਕੇ ਤੁਹਾਡਾ ਨਾਲੇ ਸਾਰਾ ਝਗੜਾ ਮਿਟਾਉਣਾ ਚਾਹੁੰਦੇ ਹਾਂ, ਨਾਲੇ ਜਿਹੜਾ ਮਹਾਨ ਕਾਰਜ ਹੈ ਤੀਰਥ ਸਥਾਨ ਪ੍ਰਗਟ ਕਰਨ ਦਾ ਉਹ ਅਸੀਂ ਕਰਨਾ ਚਾਹੁੰਦੇ ਹਾਂ, ਤੇ ਤੁਸੀਂ ਮਨ ਭਾਉਂਦਾ ਧਨ ਪੈਸੇ ਲੈ ਲਓ। ਤ੍ਰਿਤੀਏ ਗੁਰ ਕੋ ਕਾਰਜੇ ਹਾਂ, ਚਤੁਰਥ ਨਰ ਪ੍ਰਾਪਤ ਫਲ ਮਹਾ। ਤੇ ਤੀਜਾ ਕਾਰਨ ਇੱਥੇ ਹੈ ਕਿ ਗੁਰੂ ਘਰ ਦਾ ਇੱਥੇ ਵੱਡਾ ਕਾਰਜ ਹੋਣ ਵਾਲਾ ਹੈ, ਮਹਾਨ ਕਾਰਜ ਕਰਨਾ ਅਸੀਂ। ਤੇ ਚੌਥਾ ਇਹ ਹੈ ਕਿ ਇੱਥੇ ਬਹੁਤ ਸਾਰੇ ਨਰਾਂ ਜੀਵਾਂ ਨੂੰ ਕਲਿਆਣ ਪ੍ਰਾਪਤ ਹੋਵੇਗੀ। ਪ੍ਰਾਪਤ ਫਲ ਮਹਾ ਫਲ ਪ੍ਰਾਪਤ ਹੋਵੇਗਾ, ਭਾਵੇਂ ਉਹ ਸਰੀਰਕ ਤੰਦਰੁਸਤੀ ਦੇ ਰੂਪ ਵਿੱਚ ਹੋਵੇ, ਭਾਵੇਂ ਮਾਨਸਿਕ ਸ਼ਾਂਤੀ ਟਿਕਾ ਦੇ ਰੂਪ ਵਿੱਚ ਹੋਵੇ। ਸੋ ਇੱਥੇ ਬੇਅੰਤ ਜੀਵਾਂ ਨੂੰ ਸੁੱਖ ਦੀ, ਆਨੰਦ ਦੀ, ਮਹਾਨ ਫਲ ਦੀ ਪ੍ਰਾਪਤੀ ਹੋਵੇਗੀ। ਦੇਹੋ ਭੂਮਿਕਾ ਗੁਰ ਘਰ ਕੋ ਆਬ, ਦਰਬ ਮੋਲ ਤੇ ਲਿਓ ਦੁਗਣਾ ਲੱਭ। ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜੀ ਇਹ ਜ਼ਮੀਨ ਧਰਤੀ ਹੈ ਤੁਸੀਂ ਗੁਰੂ ਘਰ ਨੂੰ ਮੁੱਲ ਦੇ ਦੇਵੋ। ਦਰਬ ਮੋਲ ਤੇ ਲਿਓ ਦੁਗਣਾ ਲੱਭ। ਜੇਕਰ ਤੁਹਾਡੇ ਮਨ ਵਿੱਚ ਲੱਭ ਹੈ, ਲੋਭ ਲਾਲਚ ਹੈ,
ਜੇਕਰ ਤੁਸੀਂ ਸਮਝਦੇ ਹੋ ਕਿ ਇਹ ਧਰਤੀ ਸਾਡੀ ਲੱਖ ਰੁਪਈਏ ਦੀ, ਤੁਸੀਂ 2 ਲੱਖ ਰੁਪਈਆ ਵੀ ਲੈ ਸਕਦੇ ਹੋ, ਦੂਣੇ ਤੁਹਾਨੂੰ ਮਿਲ ਜਾਣਗੇ। ਸੋ ਇਸ ਵਾਸਤੇ ਇਹ ਜਿਹੜੀ ਜ਼ਮੀਨ ਹੈ ਇਹ ਤੁਸੀਂ ਸਾਨੂੰ ਦੇ ਦੇਣਾ ਕਰੋ। ਖਾਨ ਬਾਲ ਕੇ ਖੱਤਰੀ ਜਾਤ, ਭਲਾ ਸੂਰ ਰੰਗਰ ਬਖਿਆਤ। ਉਸ ਸਮੇਂ ਨਾ ਨਗਰਾਂ ਵਿੱਚ ਰਹਿਣ ਵਾਲੇ ਜਿਹੜੇ ਕੁਝ ਲੋਕ ਸਨ ਉਹ ਕਿਸ ਤਰ੍ਹਾਂ ਦੇ ਸਨ। ਜਿਹੜਾ ਤਾਂ ਖਾਨ ਵਾਲ ਨਗਰ ਸੀ ਇਹਦੇ 'ਚ ਖੱਤਰੀ ਜਾਤ ਦੇ ਲੋਕ ਰਹਿੰਦੇ ਸਨ, ਤੇ ਜਿਹੜਾ ਪਲਾਸੂਰ ਹੈ ਇਹਦੇ 'ਚ ਰੰਗੜ ਰਹਿੰਦੇ ਸਨ। ਪ੍ਰਗਟ ਤੌਰ 'ਤੇ ਸਾਰਾ ਹੀ ਪਿੰਡ ਰੰਗੜਾਂ ਦਾ ਸੀ। ਇਸ ਵਾਸਤੇ ਆਪਸ ਵਿੱਚ ਨਗਰਾਂ ਦੀ ਬਣਦੀ ਨਹੀਂ ਸੀ, ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਸੋ ਇਹ ਜਿਹੜੇ ਨਗਰ ਸਨ ਇਸ ਤਰ੍ਹਾਂ ਇਹ ਲੋਕ ਉਹਨਾਂ ਵਿੱਚ ਰਹਿੰਦੇ ਸਨ। ਮਿਟੈ ਕਲੈ ਸਭ ਨੇ ਮਨ ਜਾਣਿਓ, ਕਹਿਬੋ ਸ਼੍ਰੀ ਅਰਜਨ ਕੋ ਮਾਨਿਓ। ਇਹਨਾਂ ਨਗਰਾਂ ਵਾਲੇ ਲੋਕਾਂ ਵਿਚਾਰ ਕੀਤੇ ਕਿ ਜੇਕਰ ਐਸਾ ਹੋ ਜਾਵੇ ਅਸੀਂ ਜ਼ਮੀਨ ਗੁਰੂ ਸਾਹਿਬ ਨੂੰ ਦੇ ਦਈਏ ਤਾਂ ਸਾਡੀ ਜਿਹੜੀ ਕਲੇ ਲੜਾਈ ਝਗੜਾ ਇਹ ਮਿਟ ਜਾਵੇਗਾ। ਸਾਰਿਆਂ ਨੇ ਮਨ ਵਿੱਚ ਇਹ ਜਾਣਿਆ ਸੋਚਿਆ। ਫਿਰ ਇਹ ਸੋਚ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕਿਹਾ ਹੋਇਆ ਬਚਨ ਇਹਨਾਂ ਨੇ ਮੰਨ ਲਿਆ। ਦੀਏ ਰਜਤ ਪਣ ਲਛ ਪ੍ਰਕਾਸ਼, ਅਧਿਕ ਸਹੰਸਰ ਸਪਤ ਪੰਚਾਸ। ਉਸ ਸਮੇਂ ਇਸ ਜ਼ਮੀਨ ਦੀ ਕੀਮਤ ਕੀ ਦਿੱਤੀ ਗਈ? ਭਾਈ ਸਾਹਿਬ ਨੇ ਉਹ ਕੀਮਤ ਇੱਥੇ ਲਿਖੀ ਹੈ। ਦੀਏ ਰਜਤ ਪਨ, ਰਜਤ ਚਾਂਦੀ ਨੂੰ ਕਹਿੰਦੇ ਸਨ। ਪਨ ਦਾ ਅਰਥ ਹੁੰਦਾ ਪੈਸੇ, ਹੱਥ ਵਿੱਚ ਫੜਨ ਵਾਲੇ ਚਾਂਦੀ ਦੇ ਰੁਪਈਏ ਜਿਹੜੇ ਉਹਨਾਂ ਨੂੰ ਰਜਤ ਪਨ ਕਹਿੰਦੇ ਸਨ। ਲਛ ਦਾ ਅਰਥ ਹੈ ਲੱਖ, ਪ੍ਰਕਾਸ਼ ਹੁੰਦਾ ਪ੍ਰਗਟ ਤੌਰ ਤੇ। ਚਾਂਦੀ ਦੇ ਜਿਹੜੇ ਰੁਪਈਏ ਸਨ 1 ਲੱਖ ਅਧਿਕ ਸਹੰਸਰ, ਉੱਪਰ ਅੱਧਾ ਲੱਖ, ਭਾਵ 50,000 ਤੇ ਸਪਤ 50, 1,57,000 ਰੁਪਈਆ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਥਾਂ ਦੀ ਜਿਹੜੀ ਕੀਮਤ ਸੀ ਉਹ ਅਦਾ ਕਰ ਦਿੱਤੀ, ਬੈ ਲੈ ਲਈ। ਆਮ ਵੀ ਕੋਰਟ ਕਚਹਿਰੀਆਂ ਵਿੱਚ ਜਦੋਂ ਥਾਂ ਦੀ ਰਜਿਸਟਰੀ ਕਰਾਉਣ ਵਾਸਤੇ ਜਾਈਏ, ਪੈਲੀ ਲਈ ਜਾਵੇ, ਤੇ ਉਦੋਂ 2-3 ਤਰੀਕੇ ਹਨ। ਬਹੁਤਾ ਜਿਹੜਾ ਚੱਲਦਾ ਪ੍ਰਚਲਿਤ ਸੀ ਉਹ ਗਹਿਣੇ ਲਈ ਜਾਂਦੀ, ਦਿੱਤੀ ਜਾਂਦੀ ਸੀ। ਬੈ ਵਾਲਾ ਉਸ ਸਮੇਂ ਬੜਾ ਘੱਟ ਸੌਦਾ ਚੱਲਦਾ ਸੀ, ਕਿਉਂਕਿ ਪੈਸਾ ਇੰਨਾ ਉਦੋਂ ਹੈ ਨਹੀਂ ਸੀ ਲੋਕਾਂ ਕੋਲ, ਜ਼ਿਆਦਾ ਗਹਿਣੇ ਹੀ ਲੈਂਦੇ ਸਨ। ਸੋ ਜਿਹੜੀ ਬੈ ਜ਼ਮੀਨ ਹੁੰਦੀ ਸੀ, ਬੈ ਦਾ ਅਰਥ ਹੁੰਦਾ ਸੀ ਮੁੱਲ ਖਰੀਦ ਲੈਣੀ। ਪੈਸੇ ਦੇ ਕਰਕੇ, ਪੈਸੇ ਤਾਰ ਕੇ ਜ਼ਮੀਨ ਆਪਣੀ ਰਜਿਸਟਰੀ ਕਰਵਾ ਕੇ ਇੰਤਕਾਲ ਕਰਵਾ ਲੈਣੀ। ਜਿੰਨਾ ਚਿਰ ਰਜਿਸਟਰੀ ਭਾਵੇਂ ਹੋਵੇ ਵੀ ਜਾਵੇ, ਇੰਤਕਾਲ ਨਾ ਹੋਵੇ ਉਹਨਾਂ ਚਿਰ ਵੀ ਬੰਦਾ ਜ਼ਮੀਨ ਦਾ ਮਾਲਕ ਨਹੀਂ ਸੀ ਬਣ ਸਕਦਾ। ਇੰਤਕਾਲ ਦਾ ਭਾਵ ਹੁੰਦਾ ਸੀ ਮਾਲਕੀਅਤ, ਤੇ ਕਿ ਇਹ ਹੁਣ ਇਸ ਜ਼ਮੀਨ ਦਾ ਮਾਲਕ ਬਣ ਗਿਆ। ਰਜਿਸਟਰੀ ਟੁੱਟ ਜਾਂਦੀ ਸੀ, ਇੰਤਕਾਲ ਨਹੀਂ ਸੀ ਟੁੱਟਦੀ। ਅੱਜ ਵੀ ਐਸਾ ਹੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 1,57,000 ਚਾਂਦੀ ਦੇ ਰੁਪਈਏ ਉਸ ਸਮੇਂ ਦੇ ਉਸ ਥਾਂ ਦਾ ਮੁੱਲ ਦਿੱਤਾ, ਤੇ ਉਹ ਜ਼ਮੀਨ ਜਿਹੜੀ ਸੀ ਉਹ ਬੈ ਖਰੀਦ ਲਈ। ਲਈ ਭੂਮਿਕਾ ਮੂਲ ਕਨੇਰੀ, ਦੀਨਸ ਦਰਬ ਬ੍ਰਿੰਦ ਤਿਸ ਬੇਰੀ। ਇਹ ਬਹੁਤ ਸਾਰੀ ਧਰਤੀ ਜਿਹੜੀ ਸੀ, ਕਈ ਕਿੱਲੇ ਥਾਂ ਬਣ ਜਾਂਦਾ ਸੀ ਉਸ ਸਮੇਂ। ਸਤਿਗੁਰੂ ਪਾਤਸ਼ਾਹ ਨੇ ਕਨੇਰੀ ਬਹੁਤੀ ਭੂਮਿਕਾ ਧਰਤੀ ਮੁੱਲ ਲੈ ਲਏ, ਤੇ ਬਹੁਤ ਸਾਰਾ ਦਰਬ ਉਸ ਸਮੇਂ ਦਾ 1,57,000 ਰੁਪਈਆ, ਅੱਜ ਦੇ ਕਰੋੜਾਂ ਤੋਂ ਵਰਗਾ ਹੈ। ਸੋ ਇੰਨਾ ਜ਼ਿਆਦਾ ਪੈਸਾ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਨੇ ਉਸ ਸਮੇਂ ਕੇ ਵਾਰੀ ਉਹਨਾਂ ਨਗਰਾਂ ਵਾਲਿਆਂ ਲੋਕਾਂ ਨੂੰ ਦੇ ਕਰਕੇ ਉਹ ਜ਼ਮੀਨ ਜਿਹੜੀ ਸੀ ਉਹ ਲੈ ਲਈ। ਰਹਿਣ ਲੱਗੇ ਸ਼੍ਰੀ ਗੁਰ ਤਿਸ ਥਾਨ, ਚਿਤਵੈ ਪਰ ਉਪਕਾਰ ਮਹਾਨ। ਤੇ ਹੁਣ ਗੁਰੂ ਸਾਹਿਬ ਜੀ ਉਸ ਸਥਾਨ ਤੇ ਰਹਿਣ ਲੱਗੇ ਨੇ, ਤੇ ਜਿਹੜਾ ਪਰਉਪਕਾਰ ਦਾ ਮਹਾਨ ਕਾਰਜ ਕਰਨਾ ਉਸ ਨੂੰ ਰਾਤ ਦਿਨ ਚਿਤਵਦੇ ਰਹੇ, ਸੋਚਦੇ ਰਹਿੰਦੇ ਹਨ। ਜਿਮ ਸੂਰਜ ਸਭ ਹਿਨ ਸੁਖ ਦੇਤ, ਦੁਖਦ ਅੰਧੇਰਾ ਜਗ ਹਰ ਲੇਤ। ਜਿਵੇਂ ਸੂਰਜ ਜਿਹੜਾ ਹੈ ਸਾਰਿਆਂ ਨੂੰ ਸੁੱਖ ਦਿੰਦਾ ਹੈ, ਜਿਹੜਾ ਦੁਖਦ ਹੁੰਦਾ ਦੁਖਦਾਈ ਹਨੇਰਾ ਹੈ, ਜਗ ਦੇ ਅੰਦਰ ਹਰ ਲੇਤ, ਉਸ ਹਨੇਰੇ ਨੂੰ ਸੂਰਜ ਜਿਹੜਾ ਹਰ ਲੈਂਦਾ ਹੈ, ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸੂਰਜ ਸਰੂਪ ਹਨ। ਜੀਵਾਂ ਦੇ ਜੀਵਨ ਦੇ ਵਿੱਚ ਜਿਹੜਾ ਅਗਿਆਨਤਾ ਦਾ ਅੰਧਕਾਰ, ਅਵਿਦਿਆ ਦਾ ਹਨੇਰਾ ਹੈ, ਉਸ ਨੂੰ ਗਿਆਨ ਦੀਆਂ ਕਿਰਨਾਂ ਪਾ ਕਰਕੇ ਦੂਰ ਕਰ ਦਿੰਦੇ ਹਨ। ਜਥਾ ਚੰਦਰਮਾ ਨਿਜ ਕਾਰ ਕਰਕੇ,
ਸਭ ਔਸ਼ਧ ਮਹਿ ਰਸ ਕੋ ਭਰ ਕੈ। ਜਥਾ ਚੰਦਰਮਾ ਜਿਵੇਂ ਚੰਦਰਮਾ ਨਿਜ ਕਾਰ ਕਰਕੇ ਕਰ ਅਰਥ ਇੱਥੇ ਹੈ ਕਿਰਨਾ। ਜਿੰਨਾ ਵੀ ਬਨਸਪਤੀ ਵਿੱਚ ਫੁੱਲਾਂ ਵਿੱਚ ਫਲਾਂ ਵਿੱਚ ਰਸ ਭਰਦਾ ਹੈ ਸਾਰਾ ਚੰਦਰਮੇ ਦੀਆਂ ਕਿਰਨਾਂ ਕਰਕੇ। ਜੋ ਵੀ ਫਸਲ ਪੱਕਦੀ ਫਲ ਪੱਕਦਾ ਹੈ ਉਹ ਸੂਰਜ ਦੀ ਗਰਮੀ ਕਰਕੇ ਪੱਕਦਾ ਹੈ, ਤੇ ਜਿਹੜਾ ਵਿੱਚ ਰਸ ਭਰਦਾ ਉਹ ਚੰਦਰਮੇ ਦੀਆਂ ਕਿਰਨਾਂ ਕਰਕੇ ਭਰਦਾ ਹੈ। ਜਿਵੇਂ ਚੰਦਰਮਾ ਆਪਣੀਆਂ ਕਿਰਨਾਂ ਕਰਕੇ ਸਾਰੀਆਂ ਔਸ਼ਧੀਆਂ ਜੜੀਆਂ ਬੂਟੀਆਂ ਦੇ ਵਿੱਚ ਤੇ ਫਲਾਂ ਦੇ ਵਿੱਚ ਆਪਣਾ ਰਸ ਭਰ ਦਿੰਦਾ ਹੈ। ਜਿਸ ਤੇ ਜੀਵ ਤ੍ਰਿਪਤ ਜਗ ਹੋਏ ਤਥਾ ਕਰੈ ਗੁਰ ਹਿਤ ਸਭ ਕੋਏ। ਤੇ ਜਥਾ ਜਿਸ ਤਰ੍ਹਾਂ ਸਾਰੇ ਜੀਵ ਸੰਸਾਰ ਦੇ ਤ੍ਰਿਪਤ ਹੋ ਜਾਣ, ਜੀਵ ਰੱਜ ਜਾਣ, ਪ੍ਰਸੰਨ ਹੋਣ, ਤਥਾ ਕਰੇ ਗੁਰ ਹਿਤ ਸਭ ਕੋਏ। ਸਭ ਕਿਸੇ ਦਾ ਭਲਾ ਸਤਿਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਕਰਦੇ ਨੇ। ਅਕਾਲ ਪੁਰਖ ਅੱਗੇ ਵੀ ਕਹਿੰਦੇ ਕਿਤੇ ਕਾਲ ਪੈ ਜਾਂਦਾ ਨਾ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਮਾਲਕਾ ਕਿਰਪਾ ਕਰੇ ਤੇਰੇ ਸਾਜੇ ਜੀਵਨ, ਇਹਨਾਂ ਤੇ ਤਰਸ ਕਰ। ਜਿਤ ਦੁਆਰੇ ਉਬਰੈ ਤਿਤੈ ਲਿਹੋ ਵਾਰ। ਜਿਸ ਦਰਵਾਜ਼ੇ ਥਾਣੀ ਲੰਘਿਆ ਇਹਨਾਂ ਦਾ ਭਲਾ ਹੋ ਸਕੇ, ਇਹਨਾਂ ਦਾ ਭਲਾ ਕਰੋ। ਇਹ ਸਤਿਗੁਰੂ ਹੀ ਕਰ ਸਕਦਾ, ਕਿਉਂਕਿ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਸਾਰਿਆਂ ਦਾ ਭਲਾ ਲੋਚਦਾ ਹੈ। ਸੋ ਐਸਾ ਭਲਾ ਸਾਹਿਬ ਜੀ ਸਾਰਿਆਂ ਤੇ ਕਰਦੇ ਹਨ। ਤਾਲ ਤਰਨ ਤਾਰਨ ਚਹਿਲਾਇਓ ਸਕਲ ਮਸੰਦਨ ਸਾਥ ਬਤਾਇਓ। ਕਈ ਦਿਨ ਦੀ ਸੋਚ ਵਿਚਾਰ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਤਰਨ ਤਾਰਨ ਸਾਹਿਬ ਵਾਲਾ ਪਾਵਨ ਸਰੋਵਰ ਹੈ ਉਸ ਨੂੰ ਲਾਉਣ ਵਾਸਤੇ, ਖੁਦਵਾਉਣ ਵਾਸਤੇ ਚਾਹਿਆ। ਫੁਰਨਾ ਜਿਹੜਾ ਕੀਤਾ ਸੀ ਉਸ ਨੂੰ ਅਸਲੀ ਰੂਪ ਦੇਣਾ ਚਾਹਿਆ ਹੈ। ਸਾਰੇ ਜਿੰਨੇ ਮਸੰਦ ਸਨ ਉਸ ਸਮੇਂ ਮੁਖੀ ਸਿੱਖ, ਉਹਨਾਂ ਨੂੰ ਕੋਲ ਸੱਦ ਕੇ ਸਾਹਿਬਾਂ ਨੇ ਸਮਝਾ ਦਿੱਤਾ, ਦੱਸ ਦਿੱਤਾ। ਲੱਗੇ ਕਰਾਵਨ ਬਹੁ ਬਿਦ ਤਿਆਰੀ ਲੱਗੇ ਮਜੂਰ ਕਰੇ ਗਨਕਾਰੀ। ਸਾਰੀ ਤਰ੍ਹਾਂ ਨਾਲ ਸਤਿਗੁਰੂ ਦੀ ਆਗਿਆ ਨਾਲ ਮਸੰਦ ਜਿਹੜੇ ਸਨ ਤਿਆਰੀ ਕਰਵਾਉਣ ਲੱਗ ਪਏ। ਬਹੁਤ ਸਾਰੇ ਮਜ਼ਦੂਰ ਵੀ ਸੱਦ ਲੈ, ਬਹੁਤ ਸਾਰੇ ਕਾਰੀਗਰ ਬੁਲਾ ਲੈ। ਚੂਨਾ ਅਧਿਕ ਈਂਟ ਕਾਹੇਤ ਸ਼੍ਰੀ ਅਰਜਨ ਜੀ ਗਨ ਧਨ ਦੇਤ। ਚੂਨੇ ਵਾਸਤੇ, ਪੱਕੀਆਂ ਇੱਟਾਂ ਵਾਸਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਸਾਰਾ ਧਨ ਦੇ ਰਹੇ ਨੇ ਮਸੰਦਾਂ ਰਾਹੀਂ। ਜਿੱਥੇ ਜਿੱਥੇ ਜੋ ਵੀ ਚੀਜ਼ ਵਸਤੂ ਚਾਹੀਦੀ, ਪਦਾਰਥ ਵਸਤੂਆਂ ਚਾਹੀਦੀਆਂ ਮੰਗਵਾ ਰਹੇ ਹਨ। ਪੁਨੈ ਖਨਨ ਹਿਤ ਕਰਨ ਮਹੂਰਤ ਭੈ ਤਿਆਰ ਸਤਿਗੁਰ ਹਿਤ ਪੂਰਤ। ਹੁਣ ਸਰੋਵਰ ਦੀ ਖੁਦਵਾਈ ਕਰਵਾਉਣੀ ਸੀ, ਟੱਪ ਲਾਉਣਾ ਸੀ। ਸਤਿਗੁਰੂ ਪਾਤਸ਼ਾਹ ਨੇ ਮਹੂਰਤ ਕਿਹੜਾ ਕਰਵਾਇਆ ਹੈ? ਗੁਰੂ ਘਰ ਦੇ ਜਿਹੜਾ ਮਹੂਰਤ ਹੈ ਉਹ ਹੈ ਅਰਦਾਸ ਬੇਨਤੀ ਕਰਨੀ, ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਨਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਪ੍ਰਮਾਤਮਾ ਪਰਮੇਸ਼ਰ ਸਤਿਗੁਰੂ ਅੱਗੇ ਜੋਦੜੀ ਕਰਨੀ। ਇਸ ਤੋਂ ਵੱਡਾ ਕੋਈ ਮਹੂਰਤ ਨਹੀਂ ਹੈ। ਹਿੰਦੂ ਮੱਤ 'ਚ ਮਹੂਰਤ ਦੇ ਪੱਤਰੀਆਂ ਵੇਖ ਕੇ ਲੋਕ, ਜਿਵੇਂ ਬ੍ਰਾਹਮਣ ਪੰਡਤ ਨੇ ਕਹਿ ਦਿੱਤਾ, ਉਹ ਕਢਾਉਂਦੇ ਸਨ। 24 ਤੋਂ ਲੈ ਕੇ 48 ਮਿੰਟ ਦਾ ਸਮਾਂ ਜਿਹੜਾ ਸੀ ਉਹਨੂੰ ਮਹੂਰਤ ਆਖਿਆ ਜਾਂਦਾ ਸੀ ਕਿ ਇਸ ਸਮੇਂ ਵਿੱਚ ਤੁਸੀਂ ਜਿਹੜਾ ਕੰਮ ਆਰੰਭ ਕਰਨਾ ਕਰ ਲਓ। ਸਿੱਖ ਧਰਮ ਦੇ ਵਿੱਚ ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਮਾਲਕ ਦੀ ਨਦਰ ਸਵਾਲੀ ਹੋਵੇ, ਸਾਰੇ ਮਹੂਰਤ ਦਿਨ ਵਾਰ ਸਾਰੇ ਸਫਲੇ ਹਨ। ਸੋ ਭੈ ਤਿਆਰ ਸਤਿਗੁਰ ਹਿਤ ਪੂਰਤ। ਜਿਹੜਾ ਕਾਰਜ ਸਾਹਿਬ ਜੀ ਕਰਨਾ ਚਾਹੁੰਦੇ ਸਨ ਉਸ ਨੂੰ ਪੂਰਾ ਕਰਨ ਵਾਸਤੇ ਸਾਹਿਬ ਜੀ ਤਿਆਰ ਹੋਏ। ਪੰਚਾਮ੍ਰਿਤ ਘਨੋ ਕਰਵਾਇਓ ਸਿੱਖ ਸੰਗਤ ਤਹਿ ਬ੍ਰਿੰਦ ਬੁਲਾਇਓ। ਪੰਚਾਮ੍ਰਿਤ ਹੁੰਦਾ ਕੜਾਹ ਪ੍ਰਸ਼ਾਦ ਦੀ ਦੇਗ। ਬਹੁਤ ਸਾਰਾ ਕੜਾਹ ਪ੍ਰਸ਼ਾਦ ਦੇਗ ਤਿਆਰ ਕਰਵਾਈ। ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਸਾਹਿਬਾਂ ਨੇ ਬੁਲਾ ਲਿਆ। ਅਨੇਕ ਪ੍ਰਕਾਰਨ ਕੇ ਉਤਸ਼ਾਹ ਹੋਤ ਪ੍ਰਸੰਨ ਸਿੱਖ ਮਨ ਮਾਹੀ। ਅਨੇਕਾਂ ਪ੍ਰਕਾਰ ਦੇ ਬੜੇ ਉਤਸ਼ਾਹ ਹੋਣ ਲੱਗੇ। ਸਿੱਖ ਸੰਗਤਾਂ ਮਨਾਂ 'ਚ ਚਾਅ ਚੜ ਗਿਆ ਕਿ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਕਰਕੇ ਬੜਾ ਲਾਹਾ ਲਿਆ ਸੀ ਤੇ ਉਹ ਸੇਵਾ ਸੰਪੂਰਨ ਹੋ ਗਈ ਹੈ। ਤੇ ਹੁਣ ਕੁਝ ਸਮਾਂ ਲੰਘ ਚੁੱਕਾ ਹੈ, ਹੱਥੀਂ ਸੇਵਾ ਕੀਤੀ ਨੂੰ, ਹੁਣ ਫਿਰ ਸੇਵਾ ਦਾ ਕੁੰਭ ਜਾਰੀ ਹੋਣ ਲੱਗਾ। ਸੇਵਾ ਕਰਨ ਵਾਲਿਆਂ ਭਾਵਨਾਵਾਂ ਦੇ ਮਨਾਂ ਵਾਲਿਆਂ ਦੇ ਮਨਾਂ 'ਚ ਬੜੀ ਉਮੰਗ, ਚਾਅ ਤੇ ਉਤਸ਼ਾਹ ਪੈਦਾ ਹੋ ਗਿਆ। ਹੋਤ ਪ੍ਰਸੰਨ ਸਿੱਖੇ ਮਨ ਮਾਹੇ।
ਸਿੱਖ ਆਪਣੇ ਮਨਾਂ ਦੇ ਅੰਦਰ ਬੜੇ ਖੁਸ਼ ਪ੍ਰਸੰਨ ਹੋ ਰਹੇ ਹਨ। ਲੱਗਿਓ ਦੀਵਾਨ ਅਧਿਕ ਗੁਰ ਪਾਸ, ਬੋਲੀ ਬਾਕ ਕਰੋ ਅਰਦਾਸ। ਇਸੇ ਤਰ੍ਹਾਂ ਦੀਵਾਨ ਸਜ ਰਿਹਾ ਸੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਜ਼ੂਰ। ਸਤਿਗੁਰੂ ਪਾਤਸ਼ਾਹ ਜੀ ਵਾਕ ਬਚਨ ਬੋਲੇ ਕਿ ਕਰੋ ਅਰਦਾਸ। ਸਭ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ। ਭਾਈ ਬੁੱਢੇ ਕਹ ਕੀਏ ਖਰਿਓ, ਬ੍ਰਹਮ ਸਰੂਪ ਵਿਖੇ ਚਿਤ ਜੁਰਿਓ। ਅਰਦਾਸ ਕਿਹਦੇ ਕੋਲੋਂ ਕਰਵਾਉਣ ਲੱਗੇ ਨੇ? ਉਹ ਮਹਾਨ ਮਹਾਂਪੁਰਖ ਤਤ ਬੇਤਾ ਬ੍ਰਹਮ ਗਿਆਨੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਸਾਹਿਬਾਂ ਤੋਂ ਵਰਸਾਇਆ ਹੋਇਆ ਮਹਾਨ ਪਵਿੱਤਰ ਆਤਮਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ, ਕਹਿਣ ਲੱਗੇ ਭਾਈ ਸਭ ਉੱਠ ਕੇ ਖਲੋਵੋ। ਉਹ ਭਾਈ ਸਾਹਿਬ ਉੱਠ ਕੇ ਖਲੋਤੇ। ਬ੍ਰਹਮ ਸਰੂਪ ਵਿਖੇ ਚਿਤ ਜੁਰਿਓ। ਜਿਸ ਮਹਾਨ ਪਵਿੱਤਰ ਆਤਮਾ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਚਿੱਤ ਹੈ ਉਹ ਬ੍ਰਹਮ ਸਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਜੁੜਿਆ ਹੋਇਆ ਹੈ। ਮਹਾ ਸ਼ਕਤ ਧਰ ਸਿੱਖ ਮਹਾਨਾ, ਕਰਤਲ ਫਲ ਸਮਰੂਪ ਸੁਜਾਨਾ। ਜਿਹੜਾ ਗੁਰੂ ਕਾ ਸਿੱਖ ਮਹਾ ਭਾਰੀ ਸ਼ਕਤੀ ਨੂੰ ਧਾਰਨ ਵਾਲਾ ਮਹਾਨ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ। ਆਪਣਾ ਜਿਹੜਾ ਆਤਮ ਸਰੂਪ ਉਹਨੇ ਇਸ ਤਰ੍ਹਾਂ ਜਾਣਿਆ ਹੈ ਜਿਵੇਂ ਕਾਰ ਤਲ ਫਲ ਸਮ। ਜਿਵੇਂ ਹੱਥ ਦੀ ਤਲੀ ਦੇ ਉੱਪਰ ਫਲ ਰੱਖਿਆ ਹੋਵੇ ਤੇ ਉਹ ਫਲ ਜਿਹੜਾ ਸਾਹਮਣੇ ਦਿਸਦਾ ਹੀ ਹੈ ਨਾ। ਸਾਹਮਣੇ ਕੋਈ ਭਾਵੇਂ ਬੇਰ ਰੱਖ ਲਵੇ, ਕੋਈ ਸੇਬ ਰੱਖ ਲਵੇ, ਕੋਈ ਔਲਾ ਰੱਖ ਲਵੇ, ਕੋਈ ਵਸਤੂ ਹੱਥ ਤੇ ਪਈ ਹੋਵੇ ਉਹ ਸਾਹਮਣੇ ਦਿਸਦੀ ਹੈ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਤਮ ਸਰੂਪ ਦੀ ਅਨੁਭਵਤਾ ਹੈ। ਆਤਮ ਸਰੂਪ ਦਾ ਪਰਦਾ ਜਿਹੜਾ 12 ਸਾਲ ਦੀ ਉਮਰ ਵਿੱਚ ਹੀ ਦੂਰ ਹੋ ਚੁੱਕਾ ਹੈ। ਐਸੇ ਮਹਾਂਪੁਰਖ ਤਤ ਬੇਤੇ ਬਾਬਾ ਬੁੱਢਾ ਸਾਹਿਬ ਜੀ। ਰਾਤ ਦਿਓਸ ਜਿਸ ਰਹਿ ਸਮਾਦ, ਦਾਤ ਸ਼ਾਂਤ ਜੁਤ ਰਿਦਾ ਅਗਾਧ। ਜਿਸ ਮਹਾਂਪੁਰਖ ਦੀ ਰਾਤ ਦਿਨ ਹੀ ਸਿਮਰਨ ਵਿੱਚ ਸਮਾਧੀ ਲੱਗੀ ਰਹਿੰਦੀ ਹੈ, ਧਿਆਨ ਜੁੜਿਆ ਰਹਿੰਦਾ ਹੈ। ਦਾਤ ਸ਼ਾਂਤ ਰੁਦ ਰਿਦਾ ਅਗਾਧ। ਸ਼ਾਂਤੀ ਦੀ ਦਾਤ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਪ੍ਰਾਪਤ ਕੀਤੀ, ਜਿਨ੍ਹਾਂ ਦਾ ਹਿਰਦਾ ਜਿਹੜਾ ਬੜਾ ਅਗਾਧ ਹੈ। ਬਾਬਾ ਬੁੱਢਾ ਸਾਹਿਬ ਦੇ ਹਿਰਦੇ ਦਾ ਇੰਨਾ ਵਿਸ਼ਾਲ ਪੁਨਾ ਕੋਈ ਅੰਤ ਨਹੀਂ ਲੈ ਸਕਦਾ। ਗੁਰੂ ਸਾਹਿਬ ਜੀ ਤੋਂ ਦੂਜੇ ਨੰਬਰ ਦੀ ਗੁਰੂ ਘਰ ਵਿੱਚ ਜੇਕਰ ਮਾਣ ਸਨਮਾਨ ਪੂਜਾ ਤੇ ਪ੍ਰਤਿਸ਼ਠਾ ਹੈ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ। ਬੜਾ ਮਾਣ ਸਨਮਾਨ ਸਾਹਿਬਾਂ ਨੇ ਦਿੱਤਾ। 98 ਸਾਲ ਦੀ ਉਮਰ ਦੇ ਬਜ਼ੁਰਗ ਸਨ ਜਦੋਂ ਬਚਨ ਕੀਤਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਾਥ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੂੰ 98 ਸਾਲ ਦੀ ਉਮਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਨਿਯੁਕਤ ਕੀਤਾ। ਇੰਨਾ ਮਾਣ ਸਨਮਾਨ ਸਾਹਿਬਾਂ ਬਖਸ਼ਿਆ। ਉਹ ਮਹਾਨ ਮਹਾਂਪੁਰਖ ਜਿਹੜੇ ਹਮੇਸ਼ਾ ਸਮਾਧੀ ਵਿੱਚ ਰਹਿਣ ਵਾਲੇ, ਬੜੇ ਸ਼ਾਂਤੀ ਨੂੰ ਧਾਰਨ ਵਾਲੇ, ਟਿਕੇ ਹੋਏ ਹਿਰਦੇ ਵਾਲੇ ਹਨ। ਖਰੋ ਭਇਓ ਜਪ ਗੁਰੂ ਅਗਾਰੀ, ਹਿਤ ਅਰਦਾਸ ਕਰਨ ਸੁਖਕਾਰੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਖਲੋਤੇ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ, ਹਿਤ ਅਰਦਾਸ ਕਰਨ। ਅਰਦਾਸ ਕਰਨ ਹਿਤ ਦਾ ਅਰਥ ਹੈ ਵਾਸਤੇ। ਅਰਦਾਸ ਕਰਨ ਦੇ ਲਈ ਕਿਹੜੀ ਅਰਦਾਸ? ਸੁਖਕਾਰੀ, ਜਿਹੜੀ ਅਰਦਾਸ ਸੁਖ ਕਰਨ ਵਾਲੀ ਹੈ। ਗੁਰੂ ਸਾਹਿਬ ਕਿਰਪਾ ਕਰੋ ਇਹ ਕਾਰਜ ਸਫਲ ਹੋਣ। ਜਿਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰ ਰਹੇ ਸਨ, ਖੱਤਰੀ ਇੱਕ ਦੇਵੀ ਚੰਦ ਨਾਮ, ਗੋਇੰਦਵਾਲ ਹੁਤੋ ਜਿਸ ਧਾਮ। ਇੱਕ ਖੱਤਰੀ ਸੀ ਦੇਵੀ ਚੰਦ ਨਾਮ ਦਾ, ਜਿਸ ਦਾ ਘਰ ਗੋਇੰਦਵਾਲ ਸਾਹਿਬ ਨਗਰ ਵਿੱਚ ਸੀ। ਦਰਸ਼ਨ ਹੀਤ ਗੁਰੂ ਕੇ ਆਵਾ, 1 ਰੁਪਈਓ ਤਾਹੇ ਤੁਰਾਵਾ। ਉਸੇ ਸਮੇਂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਹਜੂਰ ਪਹੁੰਚਾ। 1 ਰੁਪਈਆ ਜਿਹੜਾ ਸੀ ਉਸਨੇ ਉਸ ਸਮੇਂ ਤੁੜਵਾਇਆ, ਬਣਾਉਣਾ ਕੀਤਾ। ਆਦਿ ਟਕੇ ਰਾਖ ਨਿਜ ਪਾਸ, ਅਰਧ ਲਈ ਹਿਤ ਗੁਰ ਅਰਦਾਸ। ਉਸ ਰੁਪਈਏ ਦੇ ਉਸਨੇ ਟਕੇ ਲੈ 2 ਪੈਸਿਆਂ ਦਾ 1 ਟਕਾ ਹੁੰਦਾ ਸੀ, ਸੋ ਅੱਧੇ ਆਨੇ ਨੂੰ ਵੀ ਟਕਾ ਕਿਹਾ ਜਾਂਦਾ ਸੀ।
ਉਹ ਟਕੇ ਉਹਨੇ ਲੈ ਲਏ, ਰੁਪਈਏ ਦੇ ਟਕੇ ਬਣਵਾ ਲਏ, ਬਣਾ ਲਏ, ਪੈਸੇ ਖੁੱਲੇ ਕਰਵਾ ਲਏ, ਅੱਧੇ ਆਪਣੇ ਕੋਲ ਰੱਖ ਲਏ ਤੇ ਅੱਧੇ ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰ ਰਹੇ ਸੀ ਉਸ ਸਮੇਂ ਉਸਨੇ ਭੇਟਾ ਕਰ ਦਿੱਤੇ। ਗੁਰ ਕੈ ਜਾਏ ਅਗਾਰੀ ਧਰੇ, ਹਾਥ ਬੰਦ ਕਰ ਬੈਠਨ ਕਰੇ। ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਅੱਗੇ ਭੇਟਾ ਰੂਪ ਵਿੱਚ ਉਹ ਪੈਸੇ ਰੱਖੇ, ਹੱਥ ਬੰਨ ਕੇ ਮੱਥਾ ਟੇਕ ਕੇ ਤੇ ਫਿਰ ਬੈਠਣਾ ਕੀਤਾ। ਸ਼੍ਰੀ ਅਰਜਨ ਅਵਲੋਕ ਉਚਾਰੀ, ਭਾਈ ਬੁੱਢਾ ਲਿਹੋ ਨਿਹਾਰੀ। ਜਦੋਂ ਅਰਦਾਸ ਹੋ ਚੁੱਕੀ ਸੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਬੁੱਢਾ ਜੀ, ਬਾਬਾ ਬੁੱਢਾ ਸਾਹਿਬ ਜੀ ਲਿਹੋ ਨਿਹਾਰੀ, ਵੇਖ ਲਵੋ ਚੰਗੀ ਤਰ੍ਹਾਂ, ਧਿਆਨ ਮਾਰ ਕੇ ਨਿਗਾਹ ਮਾਰ ਕੇ ਤੱਕ ਲਵੋ। ਪੂਰਨ ਤਾਲ ਸਕਲ ਬਿਦ ਹੋਏ, ਹਿਰਦੇ ਹਮਾਰੇ ਆਏ ਨਾ ਕੋਈ। ਇਹ ਜਿਹੜਾ ਮਹਾਨ ਸਰੋਵਰ ਅਸੀਂ ਪ੍ਰਾਰੰਭ ਕਰਵਾ ਰਹੇ ਹਾਂ, ਇਹ ਤਾਲ, ਇਹ ਸਰੋਵਰ ਸਾਰੀ ਤਰ੍ਹਾਂ ਨਾਲ ਪੂਰਨ ਹੋਵੇਗਾ, ਸੰਪੂਰਨ ਹੋਵੇਗਾ। ਇਸ ਤੋਂ ਇਲਾਵਾ ਹੋਰ ਕੋਈ ਵਿਚਾਰ ਸਾਡੇ ਮਨ ਵਿੱਚ ਨਹੀਂ ਆ ਰਹੇ। ਆਦੀ ਭੇਟ ਪ੍ਰਥਮ ਹੀ ਆਈ, ਆਦੋ ਰਹਿ ਇਹੀ ਲਖ ਪਾਈ। ਅੱਧੀ ਭੇਟਾ ਪਹਿਲਾਂ ਹੀ ਆ ਗਈ ਹੈ ਤੇ ਅੱਧੀ ਰਹਿ ਗਈ ਹੈ। ਆਦੋ ਰਹਿ ਇਹੀ ਲਖ ਪਾਏ, ਤੇ ਅਸੀਂ ਇਹੀ ਸਮਝ ਰਹੇ ਹਾਂ ਕਿ ਸਰੋਵਰ ਦੀ ਕੁਛ ਕੁ ਸੇਵਾ ਜਿਹੜੀ ਹੈ ਨਾ ਉਹ ਸੰਪੂਰਨ ਹੋਣ ਤੋਂ ਬਾਕੀ ਰਹਿ ਜਾਵੇਗੀ। ਭਾਵ ਕਿ ਸਰੋਵਰ ਦੀਆਂ ਜਿਹੜੀਆਂ ਚਾਰੇ ਬਾਹੀਆਂ ਪੱਕੀਆਂ ਕਰਨੀਆਂ ਸਨ, ਉਹ ਜਿਹੜੀਆਂ ਸਤਿਗੁਰੂ ਪਾਤਸ਼ਾਹ ਨੇ ਭਵਿੱਖਤ ਵਾਕ ਕੀਤਾ, ਇੱਥੇ ਕੋਈ ਇਹ ਨਾ ਸਮਝ ਲਵੇ ਕਿ ਸਰਾਫ ਦੇ ਦਿੱਤਾ। ਐਨ ਉਸੇ ਸਮੇਂ 3 ਕਿਲੋਮੀਟਰ ਦੀ ਦੂਰੀ ਤੇ ਉੱਥੇ ਇੱਕ ਨਗਰ ਹੈ, ਉਸ ਨਗਰ ਦਾ ਨਾਮ ਹੈ ਨੂਰਦੀਨ। ਨੂਰਦੀਨ ਦਾ ਪੁੱਤਰ ਸੀ ਅਮੂਰੀਦੀਨ। ਜਦੋਂ ਆਵੇ ਲਾਏ ਸੀ ਇੱਟਾਂ ਪਕਾਉਣ ਵਾਸਤੇ, ਬਿਲਕੁਲ ਇੱਟਾਂ ਤਿਆਰ ਹੋ ਚੁੱਕੀਆਂ ਸਨ, ਤੇ ਉਸ ਅਮਰੂਦੀਨ ਨੇ, ਜਿਹੜਾ ਨੂਰਦੀਨ ਦਾ ਪੁੱਤਰ ਸੀ, ਉਹਨੇ ਉਹ ਪੱਕੀਆਂ ਪਕਾਈਆਂ ਇੱਟਾਂ ਸਾਰੀਆਂ ਜਿਹੜੀਆਂ ਗੁਰੂ ਘਰ ਵਿੱਚੋਂ ਚੁੱਕ ਲਈਆਂ, ਜਬਰਨ ਖੋਹ ਲਈਆਂ। ਖੋਹ ਕਰਕੇ ਉਸਨੇ ਆਪਣੀ ਇੱਕ ਸਰਾਂ ਬਣਾ ਲਈ, ਜਿਹੜੀ ਅੱਜ ਵੀ ਪ੍ਰਸਿੱਧ ਹੈ, ਨੂਰਦੀਨ ਦੀ ਸਰਾਂ। ਸੋ ਇਸੇ ਤਰ੍ਹਾਂ ਕੁਛ ਮਹਿਲ ਮਾੜੀਆਂ ਬਣਾ ਲਏ। ਗੁਰੂ ਸਾਹਿਬ ਨੇ ਬਚਨ ਕੀਤਾ ਸੀ ਇਹ ਇੱਟਾਂ ਗੁਰੂ ਘਰ ਦੀਆਂ ਗੁਰੂ ਘਰ ਹੀ ਲੱਗਣਗੀਆਂ। ਸੰਮਤ 1823 ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਹ ਸਰਾਂ ਢਾਈ, ਸਾਰੇ ਮਕਾਨ ਢਾਹ ਕਰਕੇ ਉਹ ਜਿਹੜੇ ਇੱਟਾਂ ਸਨ ਲਿਆ ਕਰਕੇ ਤਰਨ ਤਾਰਨ ਸਾਹਿਬ ਦੇ ਪਾਵਨ ਸਰੋਵਰ ਨੂੰ ਲਾਈਆਂ। ਪਾਵਨ ਸਰੋਵਰ ਦੀਆਂ ਜਿਹੜੀਆਂ 2 ਬਾਹੀਆਂ ਰਹਿ ਗਈਆਂ ਸਨ, ਮਹਾਰਾਜਾ ਰਣਜੀਤ ਸਿੰਘ ਨੇ ਪੱਕੀਆਂ ਕਰਵਾਈਆਂ। ਪਰਿਕਰਮਾ ਦੀ ਸੇਵਾ ਮਹਾਰਾਜ ਸਾਹਿਬ ਜੀ ਦੇ ਪੋਤਰੇ ਨੌ ਨਿਹਾਲ, ਕੰਵਰ ਨੌ ਨਿਹਾਲ ਸਿੰਘ ਨੇ ਕਰਵਾਈ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਪਾਸੋਂ ਸਾਹਿਬਾਂ ਨੇ ਸਮੇਂ ਸਿਰ ਸੇਵਾ ਲਈ। ਉਹ ਵਾਕ ਸਾਹਿਬਾਂ ਨੇ ਇੱਥੇ ਕੀਤੇ। ਆਉਣ ਵਾਲਾ ਸਮਾਂ ਵੇਖ ਕੇ ਕਿ ਕੁਛ ਸੇਵਾ ਜਿਹੜੀ ਹੈ, ਸਰੋਵਰ ਪੂਰਾ ਖੁਦਵਾਇਆ ਗਿਆ ਸੀ, ਹਾਂ ਪੱਕਾ ਹੋਣ ਵਾਲਾ ਬਾਕੀ ਥੋੜਾ ਰਹਿ ਗਿਆ ਸੀ, ਉਸ ਬਾਰੇ ਸਾਹਿਬਾਂ ਬਚਨ ਕੀਤਾ। ਪੁਰਸ਼ੋਤਮ ਕੀ ਜਥਾਰ ਜਾਏ, ਹੋਏ ਤਥਾ ਨਹਿ ਅਪਰ ਉਪਾਏ। ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਪੁਰਸ਼ੋਤਮ ਉੱਤਮ ਪੁਰਸ਼ ਅਕਾਲ ਪੁਰਖ ਵਾਹਿਗੁਰੂ ਹੈ, ਜਥਾ ਰਜਾਏ, ਜਿਵੇਂ ਉਹਦੀ ਰਜਾ, ਜਿਵੇਂ ਉਹਦਾ ਭਾਣਾ ਹੈ, ਹੁਕਮ ਉਸੇ ਤਰ੍ਹਾਂ ਹੀ ਹੋ ਕੇ ਰਵੇਗਾ। ਹੋਏ ਤਥਾ ਨਹਿ ਅਪਰ ਉਪਾਏ, ਹੋਰ ਕੋਈ ਉਪਾਅ ਯਤਨ ਨਹੀਂ ਹੋ ਸਕਦਾ। ਜਿਵੇਂ ਪਰਮੇਸ਼ਰ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਹੋਵੇਗਾ। ਕਰ ਅਰਦਾਸ ਤਿਹਾਵਲ ਕੇਰੀ, ਸਿਮਰੇ ਸਭ ਸਤ ਗੁਰ ਤਿਸ ਬੇਰੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਜਦੋਂ ਕੜਾਹ ਪ੍ਰਸ਼ਾਦੀ ਦੇਗ ਆਈ ਤਾਂ ਉਹਨਾਂ ਨੇ ਸਾਰੇ ਗੁਰੂ ਸਾਹਿਬਾਂ ਦੇ ਨਾਮ ਲਾਵੇ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੋਂ ਸ਼ੁਰੂ ਕਰਕੇ ਪੰਚਮ ਗੁਰਦੇਵ ਗੁਰੂ ਅਰਜਨ ਦੇ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਂ ਦਾ ਨਾਮ ਲੈ ਕਰਕੇ ਅਰਦਾਸ ਕੀਤੇ। ਕਰਿਓ ਮਹੂਰਤ ਖਨਨ ਲਗਾਏ, ਸਿੱਖ ਮਿਹਨਤੀ ਨਰ ਸਮੁਦਾਇ। ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਮਹੂਰਤ ਹੋ ਗਿਆ ਕਾਰਜ ਨੂੰ ਪ੍ਰਾਰੰਭ ਕਰਨ ਦਾ। ਸੋ ਮਿੱਟੀ ਖਨਨ ਲਗਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਟੱਪ ਲਾ ਦਿੱਤਾ ਹੈ। ਸਿੱਖ ਮਿਹਨਤੀ, ਬਹੁਤ ਸਾਰੇ ਸਿੱਖ ਤੇ ਮਿਹਨਤੀ ਜਿਹੜੇ ਸਨ ਉਹ ਪਾਵਨ ਸਰੋਵਰ ਦੀ ਸੇਵਾ ਵਿੱਚ ਲੱਗ ਗਏ। ਤੀਰਥ ਕੀ ਸੋਹਣ ਲਗ ਕਾਰੀ, ਕਾਰੀਗਰ ਬੁਲਾਏ ਮਤ ਭਾਰੀ।
ਸੋ ਇਸ ਤਰ੍ਹਾਂ ਮਹਾਨ ਤੀਰਥ ਦੀ ਕਾਰ ਸੇਵਾ ਪ੍ਰਾਰੰਭ ਹੋ ਗਈ। ਇਹ ਸਮਾਂ ਸੀ 17 ਵਿਸਾਖ ਬਿਕਰਮੀ ਸੰਮਤ 1647 ਈਸਵੀ ਸਨ 1590, ਕਿਉਂਕਿ ਈਸਵੀ ਸਨ ਤੋਂ ਜਿਹੜਾ ਹੈ ਬਿਕਰਮੀ ਸੰਮਤ 57 ਸਾਲ ਅੱਗੇ ਚੱਲਦਾ ਹੈ। ਸੋ ਇਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ 17 ਵਿਸਾਖ ਸੰਮਤ 1647 ਈਸਵੀ ਸਨ 1590 ਨੂੰ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਕਾਰ ਸੇਵਾ ਦਾ ਟੱਪ ਲਾ ਕੇ ਸੇਵਾ ਪ੍ਰਾਰੰਭ ਕਰ ਦਿੱਤੀ। ਚਾਰੇ ਬਾਹੀਆਂ, ਇੱਕ ਪਾਸੇ ਲੰਬਾਈ ਹੈ 999 ਫੁੱਟ, ਇੱਕ ਪਾਸੇ ਚੌੜਾਈ ਹੈ 990 ਫੁੱਟ। ਸਭ ਤੋਂ ਵੱਡਾ ਸਰੋਵਰ ਹੈ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਜੀ ਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੀਰਥ ਕੀ ਸੋ ਹੋਣ ਲੱਗੀ ਕਾਰੀ, ਸਾਹਿਬਾਂ ਦੀ ਆਗਿਆ ਅਨੁਸਾਰ ਪਾਵਨ ਸਰੋਵਰ ਦੀ ਕਾਰ ਸੇਵਾ ਆਰੰਭ ਹੋ ਗਈ। ਸਿਆਣੇ ਕਾਰੀਗਰ ਜਿਹੜੇ ਸਨ ਬੁਲਾ ਲਏ, ਜਿਹੜੇ ਭਾਰੀ ਮੱਤ ਵਾਲੇ ਸਨ। ਈਂਟਨ ਕੇ ਆਵੇ ਲਗਵਾਈ, ਚੂਨਾ ਤਿਆਰ ਕਰੇ ਸਮੁਦਾਈ। ਇੱਟਾਂ ਪਕਾਉਣ ਵਾਸਤੇ ਆਪਣੇ ਹੀ ਆਵੇ ਲਾ ਦਿੱਤੇ ਗਏ, ਚੂਨਾ ਤਿਆਰ ਕਰਨ ਵਾਸਤੇ ਬਹੁਤ ਸਾਰੇ ਸਿੱਖ ਜਿਹੜੇ ਸਨ ਲੱਗ ਗਏ। ਕਾਲ ਵਿਸ਼ਾਲ ਆਰੰਭਨ ਕੀਨਾ, ਮਨੋ ਮਾਨ ਸਰ ਹੋਏ ਨਵੀਨਾ। ਭਾਈ ਸਾਹਿਬ ਕਹਿੰਦੇ ਵਿਸ਼ਾਲ ਤਾਲ ਸਾਹਿਬਾਂ ਨੇ ਆਰੰਭ ਕਰਵਾ ਦਿੱਤਾ, ਵੱਡਾ ਤਾਲ। ਤਰਨਤਾਰਨ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਕਰਨੀ ਹੋਵੇ, ਮਾੜਾ ਬੰਦਾ ਪਰਿਕਰਮਾ ਨਹੀਂ ਕਰ ਸਕਦਾ। ਇੱਕ ਪਰਿਕਰਮਾ ਵਿੱਚ ਹੀ ਲੱਤਾਂ ਫੁੱਲ ਜਾਂਦੀਆਂ ਨੇ, ਥੱਕ ਜਾਂਦਾ, ਇੰਨਾ ਵੱਡਾ ਜ਼ਿਆਦਾ ਸਰੋਵਰ ਹੈ। ਵੱਡਾ ਸਰੋਵਰ ਸਾਹਿਬਾਂ ਨੇ ਪ੍ਰਾਰੰਭ ਕਰਵਾ ਦਿੱਤਾ। ਇਉ ਮਾਨੋ, ਇਉ ਸਮਝੋ, ਮਨੋ ਮਾਨਸਰ ਹੋਏ ਨਵੀਨਾ, ਕਿ ਨਵਾਂ ਮਾਨਸਰ ਸਰੋਵਰ ਹੀ ਇਸ ਪੰਜਾਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤਿਆਰ ਕਰਵਾ ਰਹੇ ਨੇ। ਮਾਨਸਰ ਸਰੋਵਰ ਦਾ ਗ੍ਰੰਥਾਂ 'ਚ ਬੜਾ ਜ਼ਿਕਰ ਹੈ। ਤਿੱਬਤ ਦੇ ਵਿੱਚ ਇਹ ਸਰੋਵਰ ਹੈ, ਚਾਈਨਾ ਦੀ ਤਿੱਬਤ ਦੀ ਹੱਦ ਦੇ ਨਾਲ ਬੜਾ ਵੱਡਾ, ਜਿੱਥੋਂ ਆ ਸਾਰਾ ਨਹਿਰਾਂ ਦਾ ਪਾਣੀ ਆਉਂਦਾ ਹੈ, ਤੇ ਭਾਖੜਾ ਦਾ ਜਿੰਨਾ ਪਾਣੀ ਹੈ ਜਾਂ ਹੋਰ ਰਾਵੀ ਦਾ ਪਾਣੀ, ਇਹ ਸਾਰਾ ਮਾਨ ਸਰੋਵਰ ਵਿੱਚੋਂ ਚੱਲ ਕਰਕੇ ਆਉਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਮਝੋ ਕਿ ਜਿਵੇਂ ਮਾਨ ਸਰੋਵਰ ਨਵਾਂ, ਮਾਝੇ ਦੀ ਧਰਤੀ ਤੇ ਨਵਾਂ ਨਗਰ ਵਸਾ ਕੇ ਨਵਾਂ ਸਥਾਨ ਤੀਰਥ ਪ੍ਰਗਟ ਕਰ ਦਿੱਤਾ। ਮਹਾਨ ਸਰੋਵਰ ਸਾਹਿਬਾਂ ਨੇ ਰਚਨਾ ਪ੍ਰਾਰੰਭ ਕਰਵਾਇਆ। ਸ਼ਿਲਪੀ ਲੱਗੇ ਚਿੰਨਨ ਸੰਪਾਨ, ਲਾਵੇ ਚੂਨੋ ਈਟ ਮਹਾਨ। ਤੇ ਸ਼ਿਲਪੀ ਹੁੰਦੇ ਕਾਰੀਗਰ, ਕਾਰੀਗਰ ਲੱਗੇ ਚਿੰਨਨ ਸੰਪਾਨ। ਪੌੜੀਆਂ ਵੀ ਵਿੱਚ ਉਤਾਰੀਆਂ ਸਨ, ਕਿਉਂਕਿ ਸਰੋਵਰ ਜਿਹੜਾ ਸੀ ਉਹਦੀ ਖੁਦਾਈ ਕਰਨ ਵਾਸਤੇ ਵਿੱਚ ਉਤਰਨਾ ਹੁੰਦਾ ਸੀ, ਪੌੜੀਆਂ ਥਾਣੀ ਉਤਰਨਾ ਸੀ। ਸੋ ਨਾਲ ਨਾਲ ਪੌੜੀਆਂ ਵੀ ਉਸ ਤਰੀਕੇ ਦੇ ਨਾਲ, ਉਹ ਕੱਚੀਆਂ ਹੀ ਪੌੜੀਆਂ ਬਣਾਈਆਂ ਗਈਆਂ ਵਿੱਚ ਉਤਰਨ ਵਾਸਤੇ। ਨਾਲ ਪੱਕੀਆਂ ਇੱਟਾਂ ਬਣ ਰਹੀਆਂ ਹਨ, ਪੱਕ ਰਹੀਆਂ ਨੇ। ਲਾਵੇ ਚੂਨੋ ਈਟ ਮਹਾਨ, ਪੱਕੀਆਂ ਇੱਟਾਂ ਵੀ ਜਿਵੇਂ ਜਿਵੇਂ ਤਿਆਰ ਹੁੰਦੀਆਂ ਜਾਂਦੀਆਂ ਚੂਨੇ ਦੇ ਨਾਲ ਜੜੀਆਂ ਜਾਂਦੀਆਂ ਹਨ। ਕਹਿਓ ਮਸੰਦਨ ਸੋ ਗੁਰ ਬੈਨ, ਕਰਵਾਵੋ ਕਾਰਜ ਸ਼ੁਭ ਦੈਨ। ਸਤਿਗੁਰੂ ਪਾਤਸ਼ਾਹ ਨੇ ਮਸੰਦਾ ਮੁਖੀ ਸਿੱਖਾਂ ਤਾਈਂ ਆਗਿਆ ਕੀਤੀ ਹੈ, ਸ਼ੁਭ ਬਚਨ ਕਹਿ ਕੇ ਭਾਈ ਪੈਸੇ ਦਾ, ਮਾਇਆ ਦਾ ਫਿਕਰ ਨਹੀਂ ਕਰਨਾ। ਜਿੰਨਾ ਵੀ ਧਨ ਪੈਸਾ ਲੱਗਦਾ ਤੁਸੀਂ ਲਾਓ, ਪਰ ਗੁਰੂ ਘਰ ਦਾ ਕਾਰਜ ਸ਼ੁਭ ਹੋਣਾ ਚਾਹੀਦਾ। ਇਸ ਕਾਰਜ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ, ਕੋਈ ਘਾਟ, ਕੋਈ ਥੁੜ ਨਹੀਂ ਰਹਿਣੀ ਚਾਹੀਦੀ। ਇਹ ਕਾਰਜ ਸਫਲ ਨੇਪਰੇ ਚੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸਰੋਵਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੀ ਕਾਰ ਸੇਵਾ ਪ੍ਰਾਰੰਭ ਕਰਵਾ ਰਹੇ ਹਨ। ਸਤਿਗੁਰ ਕੇ ਘਰ ਟੋਟ ਨ ਕਾਈ, ਮਿਹਨਤ ਦੇਹੋ ਮਜੂਰ ਸਵਾਈ। ਸਾਹਿਬਾਂ ਨੇ ਮਸੰਦਾਂ ਨੂੰ ਆਖਿਆ ਕਿ ਦਿਲ ਥੋੜਾ ਨਹੀਂ ਕਰਨਾ, ਗੁਰੂ ਘਰ 'ਚ ਕੋਈ ਕਮੀ ਘਾਟ ਨਹੀਂ ਹੈ। ਜਿਹੜੇ ਮਿਹਨਤੀ ਲੱਗੇ ਮਜ਼ਦੂਰੀ ਕਰ ਰਹੇ ਨੇ ਮਜ਼ਦੂਰ, ਉਹਨਾਂ ਨੂੰ ਵੀ ਸਵਾਈ ਬਹੁਤੀ ਮਿਹਨਤ ਦਿਆ ਕਰੋ। ਜਿਸ ਤੇ ਹੋਏ ਅਖਲ ਇਹਤਾਲ, ਤਥਾ ਕਰੋ ਤੁਮ ਸੁਮਤ ਸੰਭਾਲ। ਜਿਸ ਕਰਕੇ ਅਕਲ ਹੁੰਦਾ ਸਮੂਹ, ਇਹ ਸਾਰਾ ਤਾਲ ਸਰੋਵਰ ਸੋਹਣਾ ਬਣ ਜਾਵੇ, ਇਸ ਵਾਸਤੇ ਤੁਸੀਂ ਸੰਭਾਲ ਕਰਕੇ ਸਾਰਾ ਤਾਲ ਜਿਹੜਾ ਹੈ ਸੋਹਣਾ ਬਣਵਾਉਣਾ ਹੈ। ਸਾਰੀ ਕਾਰ ਸੇਵਾ ਸੋਹਣੇ ਢੰਗ ਨਾਲ ਕਰਵਾਉਣੀ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਸਮਝਾਇਆ ਹੈ।
ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਹਾਨ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ। ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਸਤਿਗੁਰ ਕੀ ਘਰ ਟੂਟ ਨ ਕਾਈ, ਮਿਹਨਤ ਦੇਹੋ ਮਜੂਰ ਸਵਾਈ। ਜਿਸ ਤੇ ਹੋਏ ਅਖਲ ਇਹੋ ਤਾਲ, ਤਥਾ ਕਰੋ ਤੁਮ ਸੁਮਤ ਸੰਭਾਲ। ਵਾਹਿਗੁਰੂ
ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ हे संगी हे निरंकार हे निर्गुण सब टेक हे गोविंद हे गुण निदान या कै सदा विवेक हे अपरंपर हार हारे भी होवन हार हे संत कै सदा संग नितारा आधार हे ठाकुर हम दास रो मैं निर्गुण गुण नहीं कोई नानक दीजै नाम दान राखो हिय परोए आए प्रभ शरणागति कृपा निध दयाल एक अक्षर हार मान बसत नानक होत निहाल वाहिगुरु नाम जहाज है चढ़े सोतरे पार जो शरदा कार सेवंदे गुर पार उतारन हार जो शरदा कार सेवंदे गुर पार उतारन हार वाहिगुरु जी का खालसा वाहिगुरु जी की फतेह।